ਜਦੋਂ ਵੈਕਸੀਨ ਦੀ ਗੱਲ ਆਉਂਦੀ ਹੈ ਤਾਂ ਜਦੋਂ ਬੂਸਟਰ ਡੋਜ਼ ਦੀ ਗੱਲ ਆਉਂਦੀ ਹੈ ਓਮਿਕਰੋਨ ਦੇ ਬੂਸਟਰ ਡੋਜ਼ ਦੀ ਗੱਲ ਆਉਂਦੀ ਹੈ ਫਿਰ ਕੋਵਿਡ ਦੀ ਵੈਕਸੀਨ ਦੀ ਗੱਲ ਆਉਂਦੀ ਹੈ ਹੋਰ ਬਹੁਤ ਕੁਝ ਸੋ ਉਹਨਾਂ ਨੂੰ ਮਿਕਸ ਐਂਡ ਮੈਚ ਕਰਕੇ ਇੱਕ ਦਵਾਈ ਜਿਹੜੀ ਆ ਅਪਰੂਵ ਕੀਤੀ ਗਈ ਹੈ ਯੂਕੇ ਦੇ ਵਿੱਚ ਫਸਟ ਵੇਵ ਹੋਏ ਜਾਂ 7ਵੀਂ ਵੇਵ ਹੋਏ ਵਿੱਚ ਨਾਮ ਬਦਲੇ ਨੇ ਡਿਫਰੈਂਟ ਵੇਰੀਐਂਟਸ ਆਏ ਨੇ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਆਪਣੇ ਘਾਤਕ ਹਮਲਾ ਕੀਤਾ ਲੋਕੀ ਕਈਆਂ ਦੀ ਡੈਥ ਹੋਈ ਹੈ ਬਾਅਦ ਦੇ ਵਿੱਚ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੋ ਗਈਆਂ ਕਈਆਂ ਨੂੰ ਵੈਕਸੀਨੇਸ਼ਨ ਦੇ ਨਾਲ ਵੀਕਨੈਸ ਹੋ ਗਈ ਹੈ ਇਹ ਜਿਹੜਾ ਵੈਕਸੀਨੇਸ਼ਨ ਦਾ ਆਪਾਂ ਗੱਲ ਕਰੀਏ ਜਿੱਥੇ ਆਪਾਂ ਬੈਠੇ ਹਾਂ BC ਦੇ ਵਿੱਚ ਵੀ ਅਗੇਨ ਨੰਬਰ ਆਫ ਕੁਐਸਚਨਸ ਆਉਂਦੇ ਨੇ ਕਿ ਵੈਕਸੀਨੇਸ਼ਨ ਦੀ ਚੌਥੀ ਡੋਜ਼ ਸਾਨੂੰ ਆ ਰਹੀ ਹੈ ਲਵਾਈਏ ਕਿ ਨਾ ਲਵਾਈਏ ਫਲੂ ਦੇ ਇੰਜੈਕਸ਼ਨ ਪਿਛਲੇ ਸਮੇਂ 'ਚ ਦੇਖਿਆ ਕਿ ਫਲੂ ਹੋਇਆ ਨਹੀਂ ਬਹੁਤ ਘੱਟ ਲੋਕਾਂ ਨੂੰ ਹੋਇਆ ਮਾਸਕ ਪਾਏ ਅਸੀਂ ਸਾਰਾ ਸਫਾਈ ਦਾ ਧਿਆਨ ਰੱਖਿਆ ਸੋ ਫਲੂ ਬਹੁਤ ਘੱਟ ਲੋਕਾਂ ਨੂੰ ਹੋਇਆ ਆਲਰੇਡੀ ਜੇ ਤੁਸੀਂ ਲਵਾ ਚੁੱਕੇ ਕਈਆਂ ਨੇ ਮਿਕਸ ਐਂਡ ਮੈਚ ਕਰ ਲਏ ਨੇ ਕਿ ਪਹਿਲਾਂ ਲਵਾਇਆ ਸੀ ਕਿਸੇ ਨੇ ਉਹਦਾ ਮੋਡਰਨਾ ਦਾ ਫਿਰ ਫਾਈਜ਼ਰ ਦਾ ਸੋ ਉਹਦੇ ਵਿੱਚੋਂ ਮੇਰੇ ਖਿਆਲ ਦੋਨਾਂ ਦਾ ਮੋਡ ਆਫ ਮੈਕੈਨਿਜ਼ਮ ਤੇ ਸੇਮ ਹੀ ਹੈ ਜਦੋਂ ਤੁਹਾਡੇ ਕੰਮ ਦੇ ਵਿੱਚੋਂ 2-4 ਬੰਦੇ ਮਿਸ ਹੁੰਦੇ ਨੇ ਫਿਰ ਤੁਹਾਨੂੰ ਹੁੰਦਾ ਵੀ ਅਸੀਂ ਸਾਰਿਆਂ ਨੂੰ ਬੁਲਾ ਲਈਏ ਪਰ ਜਿਸ ਇਨਸਾਨ ਨੂੰ ਆਲਰੇਡੀ COVID-19 ਦੀ ਇਨਫੈਕਸ਼ਨ ਹੈ ਉਹਦਾ ਜਿਹੜਾ ਨਾਂ ਤੇ ਮੋਡ ਆਫ ਟਰਾਂਸਮਿਸ਼ਨ ਬਦਲਿਆ ਸਵੈਰਿਟੀ ਆਫ ਇਲਨੈਸ ਹੋ ਸਕਦਾ ਬਦਲ ਜੇ ਵੀ ਉਹਨੂੰ ਤਕਲੀਫ ਘੱਟ ਹੋਏ ਪਰ ਉਹ ਆਪਣੇ ਆਪ ਵਾਸਤੇ ਉਹਦੀ ਸਿਹਤ ਵਾਸਤੇ ਵੀ ਠੀਕ ਨਹੀਂ ਹੁਣ ਇਸ ਸਾਲ ਹੌਲੀ ਹੌਲੀ ਜਿਵੇਂ ਜਿਵੇਂ ਸਮਰ ਜਿਹੜੀ ਉਹ ਲੰਘਦੀ ਜਾ ਰਹੀ ਹੈ ਹੌਲੀ ਹੌਲੀ ਫਲੂ ਸੀਜ਼ਨ ਆਉਂਦਾ ਜਾ ਰਿਹਾ ਤੇ ਉਹਦੇ ਨਾਲ ਲੋਕ ਵੀ ਪੁੱਛਦੇ ਆ ਕਿ ਫਲੂ ਵਾਲੇ ਟੀਕੇ ਲਗਾਉਣੇ ਚਾਹੀਦੇ ਜਾਂ ਆਮ ਵੈਕਸੀਨੇਸ਼ਨ ਜਿਹੜੀ ਲੱਗਦੀ ਹੈ ਜਾਂ ਬੱਚਿਆਂ ਦੇ ਵੈਕਸੀਨੇਸ਼ਨ ਲੱਗਦੀ ਹੈ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ ਇਸ ਸ਼ੋਅ ਦੇ ਵਿੱਚ ਅੱਜ ਡਿਫਰੈਂਟ ਤਰੀਕੇ ਦੇ ਨਾਲ ਗੱਲ ਹੋਣੀ ਹੈ ਕਿਉਂਕਿ ਇੱਕ ਟੌਪਿਕ ਦੇ ਨਾਲ ਨਹੀਂ ਹੋਰ ਬਹੁਤ ਸਾਰੇ ਟੌਪਿਕ ਜਿਹੜੇ ਨੇ ਉਹਨਾਂ ਦੇ ਉੱਤੇ ਗੱਲਬਾਤ ਹੋਣੀ ਹੈ ਬਹੁਤ ਸਾਰੇ ਸਵਾਲ ਨੇ ਕਿਉਂਕਿ ਕੋਵਿਡ ਤੋਂ ਅਸੀਂ ਜਿੰਨਾ ਮਰਜ਼ੀ ਧਿਆਨ ਆਪਣਾ ਪਾਸੇ ਕਰ ਲਈਏ ਕਿਤੇ ਨਾ ਕਿਤੇ ਸਾਡੇ ਰਾਹ 'ਚ ਅੜਿੱਕਾ ਜ਼ਰੂਰ ਬਣ ਜਾਂਦਾ ਕਦੇ ਨਵਾਂ ਵੇਰੀਐਂਟ ਆ ਜਾਂਦਾ ਕਦੇ ਅਸੀਂ ਉਸ ਤਰ੍ਹਾਂ ਦੇ ਨਾਲ ਅਸੀਂ ਕੋਵਿਡ ਦੇ ਪੋਜ਼ਿਟਿਵ ਕੇਸ ਆਉਣ ਲੱਗ ਜਾਂਦੇ ਨੇ ਜੇ ਟਰੈਵਲ ਕਰਨਾ ਹੋਵੇ ਤਾਂ ਕਈ ਜਗ੍ਹਾ ਦੇ ਉੱਤੇ ਸਾਨੂੰ ਕੋਵਿਡ ਦੀ ਰਿਪੋਰਟ ਦਿਖਾਉਣੀ ਪੈਂਦੀ ਹੈ ਫਿਰ ਥੋੜੇ ਟਾਈਮ ਬਾਅਦ ਹੀ ਸਰਕਾਰ ਜਿਹੜੀ ਆ ਰੈਂਡਮ ਟੈਸਟਿੰਗ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਕੇਸ ਅਜੇ ਵੀ ਆ ਰਹੇ ਨੇ ਤੇ ਨਾਲ ਜਦੋਂ ਵੈਕਸੀਨ ਦੀ ਗੱਲ ਆਉਂਦੀ ਹੈ ਤਾਂ ਜਦੋਂ ਬੂਸਟਰ ਡੋਜ਼ ਦੀ ਗੱਲ ਆਉਂਦੀ ਹੈ ਓਮਿਕਰੋਨ ਦੇ ਬੂਸਟਰ ਡੋਜ਼ ਦੀ ਗੱਲ ਆਉਂਦੀ ਹੈ ਫਿਰ ਕੋਵਿਡ ਦੀ ਵੈਕਸੀਨ ਦੀ ਗੱਲ ਆਉਂਦੀ ਹੈ ਹੋਰ ਬਹੁਤ ਕੁਝ ਸੋ ਉਹਨਾਂ ਨੂੰ ਮਿਕਸ ਐਂਡ ਮੈਚ ਕਰਕੇ ਇੱਕ ਦਵਾਈ ਜਿਹੜੀ ਆ ਅਪਰੂਵ ਕੀਤੀ ਗਈ ਹੈ ਯੂਕੇ ਦੇ ਵਿੱਚ ਕਿਹੜੀ ਦਵਾਈ ਹੈ ਕੀ ਨਵੀਂ ਜਿਹੜੀ ਆ ਉਹ ਸਾਹਮਣੇ ਆਈ ਹੈ ਖੋਜ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਉਧਰ ਦੂਜੇ ਪਾਸੇ ਜਦੋਂ ਅਸੀਂ BP ਦੀ ਬਲੱਡ ਪ੍ਰੈਸ਼ਰ ਦੀ ਗੱਲ ਕਰਦੇ ਹਾਂ ਅੱਜ ਕੱਲ ਕਿਸੇ ਦਾ ਹਾਈ ਬਲੱਡ ਪ੍ਰੈਸ਼ਰ ਕਿਸੇ ਦਾ ਲੋ ਬਲੱਡ ਪ੍ਰੈਸ਼ਰ ਇਸ ਦੇ ਨਾਲ ਲੋਕ ਜੂਝ ਰਹੇ ਹੈਗੇ ਨੇ ਸੋ ਕਿਸ ਤਰ੍ਹਾਂ ਦੇ ਨਾਲ ਉਹਨੂੰ ਡੀਲ ਕਰਨਾ ਚਾਹੀਦਾ ਤੇ ਇੰਟਰਮਿਟੈਂਟ ਫਾਸਟਿੰਗ ਇਸ ਨੂੰ ਠੀਕ ਰੱਖਣ ਦੇ ਵਿੱਚ ਕਿਵੇਂ ਕਾਮਯਾਬ ਹੋ ਰਹੀ ਹੈ ਇਸ ਬਾਰੇ ਵੀ ਗੱਲਬਾਤ ਕਰਾਂਗੇ ਹੋਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਆ ਸਾਡੇ ਬਹੁਤ ਹੀ ਮਾਨਯੋਗ ਡਾਕਟਰ ਸਾਹਿਬ ਗੁਲਜ਼ਾਰ ਸਿੰਘ ਚੀਮਾ ਚੀਮਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸੋ ਡਾਕਟਰ ਸਾਹਿਬ ਬਹੁਤ ਸਾਰੇ ਸਵਾਲ ਨੇ ਬਹੁਤ ਸਾਰੀਆਂ ਜਿਹੜੀਆਂ ਨੇ ਸਟੱਡੀਜ਼ ਰਿਸਰਚਸ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਹਦੇ ਵਿੱਚੋਂ ਕੋਵਿਡ ਨਾਲ ਰਿਲੇਟਡ ਨਵੀਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਕੇ ਪਹਿਲੀ ਕੰਟਰੀ ਬਣ ਗਿਆ ਕਿ ਜਿੱਥੇ ਸਟ੍ਰੇਨ ਜਿਹੜਾ ਕੋਵਿਡ ਦਾ ਓਮਿਕਰੋਨ ਹੈਗਾ ਉਹ ਸਟ੍ਰੇਨ ਡੂਅਲ ਕੋਈ ਡੋਜ਼ ਜਿਹੜੀ ਬਣੀ ਹੈ ਸੋ ਕੀ ਨਵੀਂ ਖੋਜ ਪਹਿਲੀ ਗੱਲ ਤਾਂ ਕਿ ਜਿਹੜਾ COVID-19 ਹੈ ਜਿਸ ਤਰ੍ਹਾਂ ਮੈਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਕਿਹਾ ਵੀ ਇਹਦੀ ਕਹਾਣੀ ਜਿਹੜੀ ਹੈ ਨਾ ਅਜੇ ਖਤਮ ਨਹੀਂ ਇਹਦਾ ਅਖੀਰਲਾ ਚੈਪਟਰ ਅਜੇ ਅਖੀਰਲਾ ਪੇਜ ਨਹੀਂ ਆਇਆ ਪਤਾ ਨਹੀਂ ਵੀ ਕਿਸ ਤਰੀਕੇ ਨਾਲ ਕਿਹੜੇ ਪਾਸੇ ਜਾਣਾ ਫਸਟ ਵੇਵ ਹੋਏ ਜਾਂ 7ਵੀਂ ਵੇਵ ਹੋਏ ਵਿੱਚ ਨਾਮ ਬਦਲੇ ਨੇ ਡਿਫਰੈਂਟ ਵੇਰੀਐਂਟਸ ਆਏ ਨੇ ਉਹਨਾਂ ਨੇ ਡਿਫਰੈਂਟ ਤਰੀਕੇ ਨਾਲ ਆਪਣੇ ਘਾਤਕ ਹਮਲਾ ਕੀਤਾ ਲੋਕੀ ਕਈਆਂ ਦੀ ਡੈਥ ਹੋਈ ਹੈ ਬਾਅਦ ਦੇ ਵਿੱਚ ਲੋਕਾਂ ਨੂੰ ਬੜੀਆਂ ਪਰੇਸ਼ਾਨੀਆਂ ਹੋ ਗਈਆਂ ਕਈਆਂ ਨੂੰ ਵੈਕਸੀਨੇਸ਼ਨ ਦੇ ਨਾਲ ਵੀਕਨੈਸ ਹੋ ਗਈ ਹੈ ਕਈਆਂ ਨੂੰ ਪੋਸਟ COVID-19 ਦੇ ਨਾਲ ਵੀਕਨੈਸ ਹੋ ਗਈ ਸੋ ਓਵਰਆਲ ਜਿਹੜਾ ਨਾ ਦੁਨੀਆ ਦੇ ਵਿੱਚ ਅਜੇ ਇਹਦਾ ਜੇ ਕੋਈ ਸਵਾਲ ਪੁੱਛੇ ਕਿ ਇਹਦਾ ਅਜੇ ਅੰਤ ਹੈਗਾ ਉਹ ਕਿਸੇ ਨੂੰ ਸਮਝ ਨਹੀਂ ਹੈਗੀ ਪਹਿਲੀ ਗੱਲ ਕਰਾਂਗੇ ਵੀ ਅੱਜ ਤੇ ਸਵੇਰ ਹੀ ਮੇਰੇ ਖਿਆਲ 'ਚ ਉਹਨਾਂ ਨੇ ਯੂਕੇ ਦੇ ਵਿੱਚ ਅਪਰੂਵ ਕੀਤਾ ਵੈਕਸੀਨੇਸ਼ਨ ਜਿਹੜਾ COVID-19 ਦਾ ਜਿਹੜਾ ਓਰੀਜਨਲ ਸਟ੍ਰੇਨ ਤੇ ਪਲੱਸ ਜਿਹੜਾ ਓਮਿਕਰੋਨ ਦੋਨਾਂ ਨੂੰ ਕੰਬਾਈਨ ਕਰਕੇ ਉਹ ਜਿਹੜਾ ਇੰਜੈਕਸ਼ਨ ਹੈ ਨਾ ਉਹ ਉਹਨਾਂ ਨੇ ਸ਼ੁਰੂ ਕਰਨਾ ਉਹਦੀ ਅਪਰੂਵਲ ਕੀਤੀ ਉਹ ਮੇਰੇ ਜੋ ਵੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਅੱਜ ਦੇ ਟਾਈਮ ਤੇ ਇਸ ਟਾਈਮ ਤੇ ਉਹ 16 ਸਾਲ ਤੋਂ ਉੱਪਰ ਵਾਲਿਆਂ ਨੂੰ ਇੰਜੈਕਸ਼ਨ ਜਿਹੜਾ ਉਹਨਾਂ ਨੇ ਆਫਰ ਕਰਨਾ ਤੇ ਉਹਦੇ ਵਿੱਚੋਂ ਜਿਹੜੀਆਂ ਨਾ ਕਿ ਉਹਦਾ ਰਿਸਪੌਂਸ ਕਿਸ ਤਰ੍ਹਾਂ ਹੁੰਦਾ ਡੈਫੀਨੇਟਲੀ ਕੋਈ ਨਾ ਕੋਈ ਟਰਾਈ ਕਰਨ ਤੋਂ ਬਾਅਦ ਹੀ ਉਹਨਾਂ ਨੇ ਅਪਰੂਵ ਕੀਤਾ ਹੋਣਾ ਪਰ ਪਹਿਲੀ ਗੱਲ ਤੇ ਸੈਕੰਡ ਜਿਹੜਾ ਨਾ ਜਿਹੜਾ ਵੈਕਸੀਨੇਸ਼ਨ ਦਾ ਆਪਾਂ ਗੱਲ ਕਰੀਏ ਜਿੱਥੇ ਆਪਾਂ ਬੈਠੇ ਹਾਂ BC ਦੇ ਵਿੱਚ ਵੀ ਅਗੇਨ ਨੰਬਰ ਆਫ ਕੁਐਸਚਨਸ ਆਉਂਦੇ ਨੇ ਕਿ ਵੈਕਸੀਨੇਸ਼ਨ ਦੀ ਚੌਥੀ ਡੋਜ਼ ਸਾਨੂੰ ਆ ਰਹੀ ਹੈ ਲਵਾਈਏ ਕਿ ਨਾ ਲਵਾਈਏ ਪਰ
ਜਸਟ ਰੱਖੋ ਦਿਮਾਗ ਦੇ ਵਿੱਚ, ਬਾਰ-ਬਾਰ ਰਿਪੀਟ ਕੀਤਾ ਸੇਮ ਸਿੰਪਲ ਗੱਲ ਕਿ ਇਮੈਜਿਨ ਕਿ ਜੇ ਵੈਕਸੀਨੇਸ਼ਨ ਨਾ ਹੁੰਦਾ ਤੇ ਤੁਹਾਡੀ ਕੀ ਹਾਲਤ ਹੋਣੀ ਸੀ। ਤੇ ਜੇ ਹੁਣ ਵੈਕਸੀਨੇਸ਼ਨ ਦੇ ਬਾਅਦ ਇੱਕ ਡੋਜ਼ ਲੱਗਣ ਦੇ ਬਾਅਦ ਤੁਹਾਨੂੰ ਫਰਕ ਪਿਆ, 2 ਦੇ ਬਾਅਦ ਤੁਹਾਡੀ ਹੋ ਸਕਦਾ ਸਵੈਰਿਟੀ ਜਾਂ ਫਿਲਨੈਸ ਘਟ ਗਈ ਹੋਏ, 3rd ਦੇ ਬਾਅਦ ਹੋ ਸਕਦਾ ਹੋਰ ਵੀ ਫਰਕ ਪੈ ਜੇ ਚੌਥਾ ਤੁਹਾਨੂੰ ਆਫਰ ਹੋ ਰਿਹਾ ਆਲਰੇਡੀ ਜੇ ਤੁਸੀਂ ਲਵਾ ਚੁੱਕੇ ਹੋ। ਕਈਆਂ ਨੇ ਮਿਕਸ ਐਂਡ ਮੈਚ ਕਰ ਲੈਣੇ ਕਿ ਪਹਿਲਾਂ ਲਵਾਇਆ ਸੀ ਕਿਸੇ ਨੇ ਉਹਦਾ ਮੋਡਰਨਾ ਦਾ, ਫਿਰ ਫਾਈਜ਼ਰ ਦਾ, ਸੋ ਉਹਦੇ ਵਿੱਚੋਂ ਮੇਰੇ ਖਿਆਲ ਦੋਨਾਂ ਦਾ ਮੋਡ ਆਫ ਮੈਕੈਨਿਜ਼ਮ ਤੇ ਸੇਮ ਹੀ ਹੈ। ਤੇ ਉਹ ਜੋ ਵੀ ਤੁਹਾਨੂੰ ਹੈਲਥ ਅਥਾਰਟੀ ਵਾਲੇ ਆਫਰ ਕਰਦੇ ਪਏ ਨੇ ਇੰਜੈਕਸ਼ਨ ਲਵਾਉਣ ਦੇ ਵਿੱਚ ਆਪਾਂ ਨੂੰ ਨਾ ਨਹੀਂ ਕਰਨੀ ਚਾਹੀਦੀ। ਦੂਜੀ ਗੱਲ ਜਿਹੜਾ ਨਾ ਇੱਕ ਬਾਰ-ਬਾਰ ਸਵਾਲ ਹੁੰਦਾ ਇਟ ਜਸਟ ਕਿ ਜਦੋਂ ਜਿਹੜੇ ਲੋਕ ਕੰਮ ਕਰਦੇ ਪਏ ਨੇ, ਫਾਰ ਐਗਜ਼ਾਮਪਲ ਕੋਈ ਕਿਤੇ ਵੀ ਬਾਹਰ ਕੰਮ ਕਰਦੇ, ਕਿਸੇ ਵੀ ਅਦਾਰੇ ਦੇ ਵਿੱਚ ਵੈਕਸੀਨੇਸ਼ਨ ਲੱਗਾ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਹੈ, ਘਰ ਉਹਨਾਂ ਨੇ ਆਪਣਾ ਕੋਵਿਡ-19 ਟੈਸਟ ਕਰ ਲਿਆ, ਉਹ ਪੋਜ਼ਿਟਿਵ ਆ ਗਿਆ, ਫਿਰ ਉਹ ਜਦੋਂ ਉਹ ਕੰਮ ਤੇ ਨਹੀਂ ਜਾ ਸਕਦੇ ਕਿਉਂਕਿ ਨੈਚੁਰਲੀ ਉਹਨਾਂ ਨੇ 5-7 ਦਿਨ ਨਹੀਂ ਜਾਣਾ, ਤੇ ਜਿਹੜਾ ਇੰਪਲੋਇਰ ਹੈ ਉਹ ਫੋਨ ਕਰਕੇ ਜੇ ਕਿਸੇ ਨੂੰ ਕਹਿ ਰਿਹਾ ਵੀ ਤੁਹਾਨੂੰ ਤੇ ਵੈਕਸੀਨੇਸ਼ਨ ਲੱਗਾ ਸੀ, ਥੋੜੀ ਬਹੁਤੀ ਇਨਫੈਕਸ਼ਨ ਹੈ, ਫਿਕਰ ਨਾ ਕਰੋ ਆ ਜਾਓ, ਇਹ ਕੰਮ ਨਾ ਕਰਿਓ ਕਿਉਂਕਿ ਇਹ ਹੋ ਰਿਹਾ। ਇਹਦੇ ਨਾਲ ਹੁੰਦਾ ਵੀ ਕਿਉਂਕਿ ਥੋੜਾ ਜਿਹਾ ਲਾਲਚ ਹੋ ਜਾਂਦਾ ਕਿ ਕੰਮ ਕਰਨ ਵਾਲੇ ਬੰਦੇ ਬਹੁਤ ਘੱਟ ਨੇ, ਜਦੋਂ ਤੁਹਾਡੇ ਕੰਮ ਦੇ ਵਿੱਚੋਂ 2-4 ਬੰਦੇ ਮਿਸ ਹੁੰਦੇ ਨੇ ਫਿਰ ਤੁਹਾਨੂੰ ਹੁੰਦਾ ਵੀ ਅਸੀਂ ਸਾਰਿਆਂ ਨੂੰ ਬੁਲਾ ਲਈਏ। ਪਰ ਜਿਸ ਇਨਸਾਨ ਨੂੰ ਆਲਰੇਡੀ ਕੋਵਿਡ-19 ਦੀ ਇਨਫੈਕਸ਼ਨ ਹੈ ਉਹਦਾ ਜਿਹੜਾ ਨਾਂ ਤੇ ਮੋਡ ਆਫ ਟਰਾਂਸਮਿਸ਼ਨ ਬਦਲਿਆ, ਸਵੈਰਿਟੀ ਜਾਂ ਫਿਲਨੈਸ ਹੋ ਸਕਦਾ ਬਦਲ ਜੇ ਵੀ ਉਹਨੂੰ ਤਕਲੀਫ ਘੱਟ ਹੋਏ, ਪਰ ਉਹ ਆਪਣੇ ਆਪ ਵਾਸਤੇ ਉਹਦੀ ਸਿਹਤ ਵਾਸਤੇ ਵੀ ਠੀਕ ਨਹੀਂ ਤੇ ਜਿਨ੍ਹਾਂ ਦੇ ਨਾਲ ਕੰਮ ਕਰਨਾ ਉਹਨਾਂ ਵਾਸਤੇ ਵੀ ਠੀਕ ਨਹੀਂ ਕਿਉਂਕਿ ਜਿਸ ਸਰਕਲ ਦੇ ਵਿੱਚ ਉਹਨੇ ਕੰਮ ਕਰਨਾ ਤੁਹਾਨੂੰ ਕਿਸ ਤਰ੍ਹਾਂ ਪਤਾ ਵੀ ਉਹਨਾਂ ਸਾਰਿਆਂ ਨੂੰ ਵੈਕਸੀਨੇਸ਼ਨ ਲੱਗਾ ਪੂਰਾ ਕਿ ਨਹੀਂ ਲੱਗਾ, ਤਾਂ ਉਹ ਕਿਸੇ ਨੂੰ ਕੋਈ ਵੱਡੀ ਪ੍ਰੋਬਲਮ ਹੈ ਜਾਂ ਕਿ ਨਹੀਂ ਹੈ। ਤੀਜੀ ਗੱਲ ਹੈ ਵੀ ਤੁਹਾਨੂੰ ਕੀ ਗਰੰਟੀ ਹੈ ਵੀ ਜਿਹੜਾ ਵੀ ਕਿ ਇਹ ਕੰਮ ਸਾਰਾ ਠੀਕ ਰਹੇਗਾ। ਸੋ ਜਦੋਂ ਵੀ ਆਪਣੇ ਕੋਈ ਵੀ ਸਾਡਾ ਪ੍ਰੋਗਰਾਮ ਦੇਖਣ ਵਾਲੇ ਜੇ ਸਮਝਦੇ ਨੇ ਵੀ ਕੋਈ ਉਹਨਾਂ ਨੂੰ ਪ੍ਰੈਸ਼ਰ ਕਰਦਾ ਪਿਆ ਇਸ ਕੰਮ ਦੇ ਤੇ ਉਹਨਾਂ ਦਾ ਬਿਲਕੁਲ ਇੱਕ ਤੇ ਉਹਨਾਂ ਦਾ ਹੱਕ ਬਣਦਾ, ਇੱਕ ਰਿਸਪੌਂਸਿਬਿਲਟੀ ਬਣਦੀ ਹੈ ਵੀ ਉਹਨਾਂ ਨੂੰ ਪੋਲਾਈਟਲੀ ਨੋ ਕਰਨ ਤੇ ਆਪਣੇ ਡਾਕਟਰ ਨੂੰ ਨੋਟੀਫਾਈ ਕਰਕੇ ਤੇ ਇਨਫੋਰਮੇਸ਼ਨ ਪ੍ਰੋਵਾਈਡ ਕਰ ਦੇਣ, ਰਜਿਸਟਰ ਆਪਣਾ ਦੱਸ ਦੇਣ ਕਿ ਮੈਨੂੰ ਇਸ ਤਰੀਕੇ ਨਾਲ ਮੇਰੀ ਕਨਵਰਸੇਸ਼ਨ। ਨਾਲੇ ਹੁਣ ਤਾਂ ਪ੍ਰੋਵਿੰਸ ਵੀ ਹੈਲਪ ਕਰਦੀ ਹੈ ਜੇ ਤੁਹਾਨੂੰ ਛੁੱਟੀ ਲੈਣ ਦੀ ਲੋੜ ਪੈਂਦੀ ਹੈ, ਥੋੜੇ ਦਿਨ ਦੀ ਛੁੱਟੀ, ਕਿਉਂਕਿ ਹੁਣ ਪੀਰੀਅਡ ਵੀ ਘੱਟ ਕਰ ਦਿੱਤਾ ਤੁਸੀਂ। ਆਈਸੋਲੇਸ਼ਨ ਪੀਰੀਅਡ ਹੁਣ ਕਿੱਥੇ 14 ਦਿਨ ਹੁੰਦਾ ਸੀ, ਫਿਰ ਘਟਾ ਕੇ 7 ਹੋ ਗਿਆ, ਹੁਣ ਤਾਂ 5 ਦਿਨ ਹੀ ਰਹਿ ਗਿਆ। ਸੋ ਸਾਨੂੰ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਨੇ ਚਾਹੀਦੇ। ਪਰ ਡਾਕਟਰ ਸਾਹਿਬ ਇੱਕ ਸਵਾਲ ਰੋਜ਼ ਤੁਹਾਨੂੰ ਵੀ ਆਉਂਦਾ ਹੋਣਾ, ਸਾਨੂੰ ਵੀ ਆਉਂਦਾ ਹੁੰਦਾ ਕਿ ਫਲੂ ਦੇ ਇੰਜੈਕਸ਼ਨ ਪਿਛਲੇ ਸਮੇਂ 'ਚ ਦੇਖਿਆ ਕਿ ਫਲੂ ਹੋਇਆ ਨਹੀਂ, ਬਹੁਤ ਘੱਟ ਲੋਕਾਂ ਨੂੰ ਹੋਇਆ, ਮਾਸਕ ਪਾਏ ਅਸੀਂ, ਸਾਰਾ ਸਫਾਈ ਦਾ ਧਿਆਨ ਰੱਖਿਆ, ਸੋ ਫਲੂ ਬਹੁਤ ਘੱਟ ਲੋਕਾਂ ਨੂੰ ਹੋਇਆ। ਤੇ ਉਸ ਤੋਂ ਬਾਅਦ ਕਈਆਂ ਨੇ ਲਵਾਏ ਵੀ ਫਲੂ ਦੇ ਇੰਜੈਕਸ਼ਨ, ਕੋਵਿਡ ਦੇ ਸਮੇਂ ਵੀ ਲਗਵਾਏ, ਕੋਵਿਡ ਵੈਕਸੀਨ ਦੇ ਨਾਲ ਵੀ ਲਗਵਾਏ, ਪਰ ਅਜੇ ਵੀ ਕਈ ਲੋਕ ਪਿਛਲੇ ਸਾਲ ਸਕਿਪ ਕਰ ਗਏ। ਹੁਣ ਇਸ ਸਾਲ ਹੌਲੀ ਹੌਲੀ ਜਿਵੇਂ ਜਿਵੇਂ ਸਮਰ ਜਿਹੜੀ ਉਹ ਲੰਘਦੀ ਜਾ ਰਹੀ ਹੈ, ਹੌਲੀ ਹੌਲੀ ਫਲੂ ਸੀਜ਼ਨ ਆਉਂਦਾ ਜਾ ਰਿਹਾ, ਤੇ ਉਹਦੇ ਨਾਲ ਲੋਕ ਵੀ ਪੁੱਛਦੇ ਆ ਕਿ ਫਲੂ ਵਾਲੇ ਟੀਕੇ ਲਗਾਉਣੇ ਚਾਹੀਦੇ ਜਾਂ ਆਮ ਵੈਕਸੀਨੇਸ਼ਨ ਜਿਹੜੀ ਲੱਗਦੀ ਹੈ ਜਾਂ ਬੱਚਿਆਂ ਦੇ ਵੈਕਸੀਨੇਸ਼ਨ ਲੱਗਦੀ ਹੈ ਉਹਦੇ ਨਾਲ ਕੋਵਿਡ ਲਗਵਾਉਣਾ ਚਾਹੀਦਾ। ਅਜੇ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਨੇ ਕਿ ਕਦੋਂ, ਕਿਵੇਂ, ਕਿੰਨੇ ਟਾਈਮ ਬਾਅਦ ਲਗਵਾਉਣਾ ਚਾਹੀਦਾ। ਦੇਖੋ ਜਿਹੜਾ ਕੋਵਿਡ ਦਾ ਤੇ ਆਪਾਂ ਸੈਪਰੇਟ ਕਰ ਲਈ, ਇਹਨੂੰ ਤੇ ਇੰਜੈਕਸ਼ਨ ਜਿਹੜਾ ਨਾ ਜੋ ਵੀ ਰეკਮੈਂਡੇਸ਼ਨ ਹੈ ਟਾਈਮ ਟੂ ਟਾਈਮ, ਜੋ ਵੀ ਜਿਸ ਆਧਾਰਿਤ ਜਿਸ ਬੇਸ ਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਪਬਲਿਕ ਨੂੰ ਆਉਂਦੀ ਹੈ ਉਹ ਫੋਲੋ ਕਰਦੇ ਹਾਂ ਤੇ ਇਹਦਾ ਕੋਈ ਐਂਡ ਗੇਮ ਤੇ ਇਹਦੀ ਹੈ ਨਹੀਂ ਅਜੇ। ਪਰ ਜਿਹੜੀ ਇਹਦੀ ਹੈਗੀ ਫਲੂ ਦੀ ਵੈਕਸੀਨੇਸ਼ਨ ਦਾ, ਉਹ ਜਿਸ ਤਰ੍ਹਾਂ ਪਿਛਲੇ ਕਈ ਸਾਲਾਂ ਦਹਾਕਿਆਂ ਤੋਂ ਉਸ ਤਰ੍ਹਾਂ ਹੀ ਚੱਲਦਾ ਪਿਆ, ਕਈ ਸਾਲਾਂ ਤੋਂ ਸੇਮ ਟਾਈਮ ਤੇ ਤਕਰੀਬਨ ਵੈਕਸੀਨੇਸ਼ਨ ਉਹ ਅਵੇਲੇਬਲ ਹੁੰਦਾ ਤੇ ਉਹ ਸਾਰਿਆਂ ਨੂੰ ਪਹਿਲਾਂ ਵੀ ਲਵਾਉਂਦੇ ਸੀ, ਹੁਣ ਵੀ ਲਵਾਉਣ। ਕਈ ਵਾਰੀ ਹੁੰਦਾ ਕਿ ਜਿਹੜਾ ਵੈਕਸੀਨੇਸ਼ਨ ਆਪਣੇ ਜਿਹੜੇ ਜਿਨ੍ਹਾਂ ਦੀ ਏਜ ਜ਼ਿਆਦਾ ਉਹ ਕਈ ਵਾਰੀ ਡਰਦੇ ਨੇ, ਉਹਨਾਂ ਨੇ ਕਹਿਣਾ ਵੀ ਜੇ ਮੈਂ ਵੈਕਸੀਨੇਸ਼ਨ ਮੈਂ ਕੋਵਿਡ ਦਾ ਲਵਾ ਕੇ ਤੇ ਮੈਂ ਦੋਨੋਂ ਇਕੱਠੇ ਨਹੀਂ ਲਵਾਉਣੇ, ਵਕਫਾ ਪਾ ਲਓ, 2-4 ਦਿਨ ਦਾ ਟਾਈਮ ਵਿੱਚ ਮਿਸ ਕਰ ਲਓ, ਪਰ ਇੰਜੈਕਸ਼ਨ ਜ਼ਰੂਰ ਲਵਾਉਣਾ ਚਾਹੀਦਾ ਨਾਲ ਇਹਦੇ, ਕਿਉਂਕਿ ਕੱਲਾ ਇਹ ਨਹੀਂ ਹੈਗਾ ਕਿ ਤੁਸੀਂ ਇਹਦਾ ਫਲੂ ਦਾ ਇੰਜੈਕਸ਼ਨ ਹੈ, ਪਰ ਜਿਹੜਾ ਨਿਮੋਨੀਆ ਦਾ ਸ਼ਾਟ ਹੈ ਜਿਹੜਾ ਨੂੰ ਐਵਰੀ 5 to 10 ਈਅਰ ਜਿਨ੍ਹਾਂ ਕੋਲ ਕੋਈ ਕਰੋਨਿਕ ਮੈਡੀਕਲ ਕੰਡੀਸ਼ਨਸ ਨੇ ਉਹਨਾਂ ਵਾਸਤੇ ਕੋਵਿਡ ਦਾ ਉਹਨਾਂ ਵਾਸਤੇ ਨਿਮੋਨੀਆ ਦਾ ਇੰਜੈਕਸ਼ਨ ਵੀ ਲੱਗਦਾ। ਸੋ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਮੈਨੂੰ ਜਾਪਦਾ ਵੀ ਕਾਫੀ ਲੋਕਾਂ ਨੂੰ ਇਸ ਬਾਰੇ ਨੌਲੇਜ ਹੈ ਤੇ ਪ੍ਰੋਗਰਾਮ ਵੀ ਲੋਕ ਬਹੁਤ ਕਰਦੇ ਨੇ, ਜਿਹੜੇ ਨੇ ਆਪਣੇ ਧਾਰਮਿਕ ਅਦਾਰੇ ਉੱਥੇ ਵੀ ਜਾ ਕੇ ਇੰਜੈਕਸ਼ਨ ਹੋ ਜਾਣੇ ਸ਼ੁਰੂ, ਫਾਰਮੇਸੀਜ਼ ਵਾਲੇ ਵੀ ਇੰਜੈਕਸ਼ਨ ਲਾ ਰਹੇ ਨੇ। ਸੋ ਇਹ ਤੇ ਗੱਲ ਨਹੀਂ ਕਿ ਕਿਸੇ ਕੋਲ ਕੋਈ ਕਹਿ ਸਕਦਾ ਵੀ ਅਵੇਲੇਬਿਲਿਟੀ ਨਹੀਂ ਹੈਗੀ ਇੰਜੈਕਸ਼ਨਸ ਦੀ ਜਾਂ ਸਾਈਟ ਦੀ ਕੋਈ ਅਵੇਲੇਬਿਲਿਟੀ ਨਹੀਂ, ਸਾਰੀਆਂ ਚੀਜ਼ਾਂ ਹੈਗੀਆਂ।
ਆ। ਇੱਕੋ ਹੈਗਾ ਵੀ ਜਿਹੜੇ ਫਲੂ ਦੇ ਇੰਜੈਕਸ਼ਨ ਨੇ ਫੈਮਿਲੀ ਡਾਕਟਰਸ ਦੇ ਆਫਿਸ ਵੀ ਮਿਲ ਜਾਂਦੇ, ਪਰ ਹੁਣ ਇਹ ਮੁਸ਼ਕਲ ਹੋਣੀ ਹੈ ਕਿ ਫੈਮਿਲੀ ਡਾਕਟਰਸ ਅੱਗੇ ਘੱਟ ਨੇ, ਉਹਨਾਂ ਕੋਲ ਤੇ ਮਰੀਜ਼ ਹੀ ਨਹੀਂ ਪੂਰੇ ਟਾਈਮ ਸਿਰ ਵੇਖੇ ਜਾਂਦੇ ਤੇ ਉਹਨਾਂ ਨੇ ਇੰਜੈਕਸ਼ਨ ਕਿਸ ਤਰ੍ਹਾਂ ਲਾਉਣਾ। ਸੋ ਜਿੱਥੋਂ ਵੀ ਤੁਹਾਨੂੰ ਮਿਲਦਾ, ਤੁਹਾਨੂੰ ਆਪਣੀ ਫਾਰਮੇਸੀ ਨਾਲ ਫਾਰਮਾਸਿਸਟ ਨਾਲ ਗੱਲ ਕਰ ਲਓ, ਉਹ ਤੁਹਾਨੂੰ ਇੰਜੈਕਸ਼ਨ ਪ੍ਰੋਵਾਈਡ ਕਰ ਦੇਣਗੇ। ਸੋ ਸਾਰੀ ਜਿਹੜੀ ਅਪ ਟੂ ਡੇਟ ਹੈ ਇਸ ਚੀਜ਼ ਦੀ ਕਰੋ। ਪਰ ਇਸ ਟਾਈਮ ਦੇ ਵਿੱਚ ਇੱਕ ਗੱਲ ਨਾ ਭੁੱਲਿਓ ਕਿ ਜਿਹੜਾ ਟੈਟਨਸ ਦਾ ਇੰਜੈਕਸ਼ਨ ਹੈ, ਇਹ ਨਾ ਹੋਏ ਵੀ ਐਡੇ ਵੱਡੇ ਰੌਲੇ ਦੇ ਵਿੱਚ ਜਿਹੜੀ ਮੇਨ ਚੀਜ਼ ਉਹ ਭੁੱਲ ਜਾਣ। ਪਰ ਟੈਟਨਸ ਦਾ ਇੰਜੈਕਸ਼ਨ ਹੈ ਉਹ ਵੀ 10 ਈਅਰ ਅਪਗ੍ਰੇਡ ਕਰਨਾ ਚਾਹੀਦਾ, ਕਿਉਂਕਿ ਜਿਹੜੀ ਇਮਿਊਨਾਈਜੇਸ਼ਨ ਹੈ ਨਾ, ਨੰਬਰ ਆਫ ਟਾਈਮ ਇਸ ਪ੍ਰੋਗਰਾਮ 'ਚ ਮੈਂ ਗੱਲ ਕੀਤੀ ਹੈ ਕਿ ਇਮਿਊਨਾਈਜੇਸ਼ਨ ਬਹੁਤ ਇੰਪੋਰਟੈਂਟ ਹੈ। ਇਸ 2.5 ਸਾਲਾਂ ਦੇ ਵਿੱਚ ਇਹਦੀ ਅਵੇਅਰਨੈਸ, ਇਹਦੀ ਹੋਰ ਜਾਗ੍ਰਿਤੀ ਲੋਕਾਂ ਨੂੰ ਬਹੁਤ ਹੋਈ ਹੈ, ਸਮਝ ਆਈ ਹੈ ਵੀ ਕਿਉਂ ਇੰਪੋਰਟੈਂਟ ਹੈ। ਪਰ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਕੋਈ ਸ਼ੱਕ ਹੁੰਦਾ ਜਾਂ ਕੋਈ ਸਵਾਲ ਸਨ ਕਿ ਇਹ ਜਿਹੜੇ ਵੈਕਸੀਨੇਸ਼ਨ ਏਡੀ ਜਲਦੀ ਕਿਸ ਤਰ੍ਹਾਂ ਬਣ ਗਏ, ਮੈਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ, ਉਹ ਤੁਸੀਂ ਸਿਸਟਮ 'ਤੇ ਛੱਡ ਦਿਓ। ਉਹਦੇ ਵਿੱਚੋਂ ਹਰ ਬੰਦੇ ਕੋਲ ਇੰਨਾ ਨੌਲੇਜ ਨਹੀਂ, ਨਾ ਹੀ ਮੇਰੇ ਕੋਲ ਜਾਂ ਬਾਕੀ ਕਿਸੇ ਹੋਰ ਕੋਲ, ਵੀ ਹਰ ਚੀਜ਼ ਦਾ ਅਸੀਂ ਇੰਨੀ ਬਰੀਕੀ ਦੇ ਨਾਲ ਪੜ੍ਹ ਕੇ ਸਮਝ ਕੇ ਤੇ ਫਿਰ ਉਹਨੂੰ ਅੱਗੇ ਚੱਲੀਏ। ਜਿਹੜਾ ਸਿਸਟਮ ਐਸਟੈਬਲਿਸ਼ ਹੋਇਆ, ਉਹਦੇ ਹਿੱਸੇ ਨੇ, ਉਹਦੇ ਸਟੈਪ ਨੇ, A ਤੋਂ ਲੈ ਕੇ Z ਤੱਕ ਹਰ ਤਰੀਕੇ ਵਿੱਚ ਜਾਣਾ ਪੈਂਦਾ। ਜਦੋਂ ਵੈਕਸੀਨੇਸ਼ਨ ਕੋਈ ਅਪਰੂਵ ਹੁੰਦਾ, ਉਹਦਾ ਇੱਕ ਪ੍ਰੋਸੈਸ ਹੈ, ਉਹਦਾ ਇੱਕ ਸਿਸਟਮ ਐਸਟੈਬਲਿਸ਼ ਹੋਇਆ। ਸੋ ਉਹ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਹੈ ਵੀ ਉਸ ਚੀਜ਼ ਨੂੰ ਜਦੋਂ ਲਾਇਸੈਂਸ ਹੋ ਜਾਂਦਾ ਇੰਜੈਕਸ਼ਨ, ਉਹਨੂੰ ਆਪਾਂ ਫੋਲੋ ਕਰਨੇ ਆ। ਅਤੇ ਅਨਲੈਸ ਵੀ ਕੋਈ ਬਹੁਤ ਵੱਡਾ ਕੋਈ ਡਿਜ਼ਾਸਟਰ ਹੋ ਜਾਏ, ਕੋਈ ਇੱਕ ਅੱਧੇ ਬੰਦੇ ਨੂੰ ਰਿਐਕਸ਼ਨ ਹੋ ਸਕਦਾ, ਜਾਂ ਉਹ 'ਤੇ ਕੋਈ ਜਿਹੜੇ ਦੂਜੇ ਇੰਜੈਕਸ਼ਨ ਨੇ ਉਹਨਾਂ ਨਾਲ ਵੀ ਇਹ ਪ੍ਰੋਬਲਮ ਹੋ ਜਾਂਦੀ। ਇਸੇ ਕਰਕੇ ਟਰਾਈ ਕੀਤਾ ਕਿ ਇਹਨਾਂ ਨੇ ਜਿੱਥੋਂ ਤੱਕ ਮੇਰੇ ਦਿਮਾਗ ਵਿੱਚ ਗੱਲ ਆਈ ਸੀ ਕਿ ਇਹ ਜਿਹੜੇ ਵੈਕਸੀਨੇਸ਼ਨ ਵੀ ਤਾਂ ਉਹਨਾਂ ਇੱਕ ਜਗ੍ਹਾ 'ਤੇ ਕੀਤੇ ਸੀ ਵੀ ਡਾਕਟਰਾਂ ਕੋਲ ਤਾਂ ਇੰਨਾ ਟਾਈਮ ਨਹੀਂ, ਅਤੇ ਨਾਲੇ ਉੱਥੇ ਇੰਨਾ ਸਪੇਸ ਨਹੀਂ ਹੈਗਾ। ਸੋ ਵੱਡੇ ਹਾਲ ਦੇ ਵਿੱਚ ਤੁਸੀਂ ਪ੍ਰੋਵਾਈਡ ਕਰ ਸਕਦੇ, ਸਪੇਸ ਵੀ ਕਰ ਸਕਦੇ ਹੋ। ਜਿਹੜੇ ਬਾਕੀ ਹੈਲਥ ਕੇਅਰ ਪ੍ਰੋਫੈਸ਼ਨਲਜ਼ ਨੇ, ਇੰਜੈਕਸ਼ਨ ਜਿਹੜਾ ਨਰਸਿੰਗ ਸਟਾਫ ਜਾਂ ਬਾਕੀ ਜੋ ਵੀ ਅਵੇਲੇਬਲ ਸੀ, ਉਹਨਾਂ ਸਾਰਿਆਂ ਨੇ ਕੀਤਾ। ਸੋ ਓਵਰਆਲ ਜਿਹੜਾ ਵੈਕਸੀਨੇਸ਼ਨ ਵਾਸਤੇ, ਇਮਿਊਨਾਈਜੇਸ਼ਨ ਵਾਸਤੇ, ਲੋਕਾਂ ਦੀ ਇਮਿਊਨਿਟੀ ਵਧਾਉਣ ਵਾਸਤੇ, ਇਹਦਾ ਕੋਵਿਡ-19 ਦੇ ਵਿੱਚੋਂ ਕਾਫੀ ਜਿਹੜੀ ਸਮਝ ਆਈ ਹੈ, ਤੇ ਮੈਂ ਸਮਝਦਾ ਵੀ ਅਵੇਅਰਨੈਸ ਬਹੁਤ ਹੋਈ ਹੈ, ਇਹਦਾ ਸਾਰਿਆਂ ਨੂੰ ਫਾਇਦਾ ਹੋਇਆ ਜੀ। ਬਿਲਕੁਲ ਜੀ। ਸੋ ਸਾਨੂੰ ਵੈਕਸੀਨੇਸ਼ਨ ਜ਼ਰੂਰ ਲਗਵਾਉਣੀ ਚਾਹੀਦੀ ਹੈ, ਚਾਹੇ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ। ਇਮਿਊਨਾਈਜੇਸ਼ਨ ਬੜੇ ਵੱਡੇ ਰੈਕਡ ਨੰਬਰ ਦੇ ਉੱਤੇ ਦੁਨੀਆ ਭਰ 'ਚ ਹੁੰਦੀ ਹੈ, ਉਹਨਾਂ ਕੰਟਰੀਜ਼ ਨੂੰ ਛੱਡ ਕੇ ਜਿੱਥੇ ਟੀਕੇ ਨਹੀਂ ਪਹੁੰਚੇ, ਪਰ ਬਾਕੀ ਵਿਕਸਿਤ ਮੁਲਕਾਂ ਦੇ ਵਿੱਚ ਇਹ ਵੱਡੇ ਲੈਵਲ ਦੇ ਉੱਤੇ ਹੋ ਰਹੀ ਹੈ। ਪਰ ਡਾਕਟਰ ਸਾਹਿਬ, ਜਿਹੜੀ ਆਮ ਜ਼ਿੰਦਗੀ ਦੇ ਵਿੱਚ ਅਸੀਂ ਲੋਕ ਰਹਿੰਦੇ ਹਾਂ, ਸਾਨੂੰ ਗੁੱਸਾ ਜੇ, ਸਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ, ਅਸੀਂ ਲੋ ਫੀਲ ਕਰੀਏ, ਸਾਨੂੰ ਬਲੱਡ ਪ੍ਰੈਸ਼ਰ ਘੱਟ ਜਾਂਦਾ। ਬਹੁਤ ਲੋਕ ਹੁਣ BP ਦੀ ਪ੍ਰੋਬਲਮ ਦੇ ਨਾਲ ਜੂਝ ਰਹੇ ਹੈਗੇ ਨੇ, ਮੋਸਟਲੀ ਲੋਕ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਜੂਝ ਰਹੇ ਨੇ। ਹੁਣ ਸਾਨੂੰ ਇਹ ਟਰੈਕ ਕਰਨ ਦੇ ਲਈ ਹਰ ਰੋਜ਼ ਬਲੱਡ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ, ਕਿਸ ਤਰ੍ਹਾਂ ਦੇ ਨਾਲ ਕਰਨਾ ਚਾਹੀਦਾ? ਕਿਉਂਕਿ ਅਸੀਂ ਇੱਕ ਵਾਰੀ ਡਾਕਟਰ ਕੋਲ ਜਾਂਦੇ ਹਾਂ, ਫੈਮਿਲੀ ਡਾਕਟਰ ਕੋਲੋਂ ਸਾਡਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਦੇ ਆ, ਉਹਨਾਂ ਨੇ ਚੈੱਕ ਕਰਤਾ, ਉਸ ਤੋਂ ਬਾਅਦ ਅਸੀਂ ਫੈਮਿਲੀ ਡਾਕਟਰ ਦੇ ਮਹੀਨਾ ਨਾ ਜਾਈਏ, 2 ਮਹੀਨੇ ਨਾ ਜਾਈਏ, ਸਾਨੂੰ ਨਹੀਂ ਪਤਾ ਕਿ ਸਾਡਾ ਬਲੱਡ ਪ੍ਰੈਸ਼ਰ ਕਿੰਨੇ ਲੈਵਲ ਦੇ ਉੱਤੇ ਰਹਿੰਦਾ, ਸਵੇਰ ਟਾਈਮ ਕਿੰਨਾ ਹੁੰਦਾ, ਸ਼ਾਮ ਟਾਈਮ ਕਿੰਨਾ ਹੁੰਦਾ। ਕੀ ਇਹਦਾ ਪ੍ਰੋਸੈਸ ਹੈ ਕਿ ਸਾਨੂੰ BP ਟਰੈਕ ਕਰਨਾ ਆ ਜਾਵੇ, ਕਿ ਅਸੀਂ ਆਪਣਾ BP ਟਰੈਕ ਕਰ ਸਕੀਏ ਤੇ ਨਾਰਮਲ ਰੱਖ ਸਕੀਏ? ਦੇਖੋ, ਇਹਦੇ ਬਾਰੇ ਇੱਕ ਤਾਂ ਹੈਗਾ ਕਿ ਕਾਫੀ ਜਿਹੜੀਆਂ ਸਾਈਟਸ ਅਵੇਲੇਬਲ ਨੇ ਵੀ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਕਿਸ ਤਰ੍ਹਾਂ ਚੈੱਕ ਕਰਨਾ। ਪਹਿਲੀ ਗੱਲ ਤਾਂ ਇਹ ਵੀ ਕਿ ਜੇ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਨਹੀਂ, ਕਦੀ ਤੁਹਾਨੂੰ ਹੋਈ ਨਹੀਂ, ਤੇ ਉਹਨੂੰ ਬਲੱਡ ਪ੍ਰੈਸ਼ਰ ਇੰਨਾ ਚੈੱਕ ਕਰਨ ਦਾ ਤੇ ਕੋਈ ਮਤਲਬ ਨਹੀਂ ਬਣਦਾ। ਪਰ ਜੇ ਤੁਹਾਡੀ ਫੈਮਿਲੀ ਹਿਸਟਰੀ ਹੈਗੀ ਹਾਈ ਬਲੱਡ ਪ੍ਰੈਸ਼ਰ ਦੀ, ਜਾਂ ਤੁਹਾਡਾ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਸੀ, ਤੁਹਾਡੇ ਡਾਕਟਰ ਨੇ ਤੁਹਾਨੂੰ ਕਿਹਾ ਵੀ ਤੁਸੀਂ ਚੈੱਕ ਕਰੋ, ਜਾਂ ਤੁਹਾਡੇ ਨਰਸ ਪ੍ਰੈਕਟੀਸ਼ਨਰ ਨੇ ਕਿਹਾ, ਜਾਂ ਹੈਲਥ ਕੇਅਰ ਜਿਹੜੇ ਯੂਨਿਟਸ ਨੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਬਲੱਡ ਪ੍ਰੈਸ਼ਰ ਚੈੱਕ ਕਰੋ, ਫਿਰ ਤੇ ਗੱਲ ਬਣਦੀ ਹੈ। ਪਰ ਹਰ ਗੱਲ ਤੇ, ਹਰ ਚੀਜ਼ ਤੇ ਅਪਸੈਟ ਹੋ ਕੇ ਬਲੱਡ ਪ੍ਰੈਸ਼ਰ ਚੈੱਕ ਕਰਨਾ, ਉਹ 'ਤੇ ਕੋਈ ਗੱਲ ਨਹੀਂ ਬਣਦੀ। ਜ਼ਰੂਰ ਹੈਗਾ ਵੀ ਇਹਦਾ ਟਾਈਮਿੰਗ ਹੁੰਦਾ, ਮੋਸਟਲੀ ਸਵੇਰ ਨੂੰ ਕਰੋ, ਜਦੋਂ ਬਿਲਕੁਲ ਉੱਠ ਕੇ ਰਿਲੈਕਸ ਹੋ ਕੇ। ਇੱਕ ਟਾਈਮ ਉਹ ਹੁੰਦਾ। ਸੈਕਿੰਡ ਹੁੰਦਾ ਵੀ ਜੇ ਇਹ ਨਹੀਂ ਵੀ ਐਕਸਰਸਾਈਜ਼ ਕੀਤੀ, ਜ਼ਿਆਦਾ ਫੂਡ ਖਾ ਲਿਆ, ਆਪਣੀ ਕਾਫੀ ਜਾਂ ਟੀ ਪੀ ਕੇ ਜਾਂ ਡਰਿੰਕ ਜ਼ਿਆਦਾ ਕਰਕੇ ਬਲੱਡ ਪ੍ਰੈਸ਼ਰ ਚੈੱਕ ਕਰੋਗੇ, ਉਹ ਤੁਹਾਡੀ ਰੀਡਿੰਗ ਠੀਕ ਨਹੀਂ ਹੋਣੀ। ਜਾਂ ਹੈਵੀ ਮੀਲ ਹੋਏ, ਉਹਦੇ ਨਾਲ ਵੀ ਫਰਕ ਪੈ ਜਾਂਦਾ। ਸੋ ਜਿਹੜਾ ਨਾਰਮਲ ਬਲੱਡ ਪ੍ਰੈਸ਼ਰ ਹੈ, ਡਿਫਰੈਂਟ ਏਜ ਦੇ ਹਿਸਾਬ ਨਾਲ, ਜਿਹੜੇ ਅਡਲਟਸ ਨੇ ਉਹਨਾਂ ਵਿੱਚ ਸਮਝ ਲਓ ਵੀ 140 ਤੇ 80। ਅਤੇ ਇੱਕ ਜਿਹੜੀ ਟਰਮ ਬੜੇ ਲੋਕ ਯੂਜ਼ ਕਰਦੇ ਨੇ ਵੀ ਮੈਨੂੰ ਲੋ ਬਲੱਡ ਪ੍ਰੈਸ਼ਰ ਹੋ ਗਿਆ, ਮੇਰੇ ਕੋਲ ਤਾਂ ਕੰਮ ਨਹੀਂ ਹੁੰਦਾ, ਮੈਨੂੰ ਹਰ ਚੀਜ਼ ਨੂੰ ਲੋ ਬਲੱਡ ਪ੍ਰੈਸ਼ਰ ਨਾਲ ਜੋੜ ਲੈਂਦੀ। ਉਹ ਗੱਲ ਸਹੀ ਨਹੀਂ ਬਣਦੀ, ਕਿਉਂਕਿ ਕੋਈ ਤੁਸੀਂ ਪਰੇਸ਼ਾਨ ਹੋ, ਤੁਹਾਨੂੰ ਤਕਲੀਫ ਹੋ ਗਈ, ਘਰ 'ਚ ਲੜਾਈ ਹੋ ਗਈ, ਪੈਸਿਆਂ ਦੀ ਪ੍ਰੋਬਲਮ ਆ ਗਈ, ਐਕਸੀਡੈਂਟ ਹੋ ਗਿਆ, ਬੈਂਕ 'ਚ ਗਏ, ਲੰਬੀ ਲਾਈਨ 'ਚ ਖੜ੍ਹੇ ਹੋ ਗਏ, ਉਹ ਕੋਈ ਮਾਂ ਬਾਪ ਨਾਲ ਕੋਈ ਲੜਾਈ ਹੋ ਗਈ,
ਰਿਸ਼ਤੇਦਾਰਾਂ ਨਾਲ ਕੋਈ ਪੁੱਠੀ ਸਿੱਧੀ ਗੱਲ ਹੋ ਗਈ, ਸਿਸਟਮ ਦੇ ਵਿੱਚ ਪ੍ਰੋਬਲਮ ਆ ਗਈ, ਟੈਕਸ ਵਾਲਿਆਂ ਦਾ ਪੇਪਰ ਆ ਗਿਆ, ਕੋਈ ਵੀ ਗੱਲ ਹੋ ਗਈ ਉਹਦੇ ਨਾਲ, ਤੇ ਹਰ ਚੀਜ਼ ਦੇ ਨਾਲ ਬਲੱਡ ਪ੍ਰੈਸ਼ਰ ਤੁਸੀਂ ਉਹ ਜਿਹੜਾ ਇਸ਼ੂ ਹੈ ਉਹਨੂੰ ਡੀਲ ਕਰਨਾ ਸਿੱਖੋ। ਕਿਉਂਕਿ ਜਿਹੜਾ ਇਹ ਤਾਂ ਨਹੀਂ ਵੀ ਮੇਰਾ ਬਲੱਡ ਪ੍ਰੈਸ਼ਰ ਹੋ ਗਿਆ, ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਜਾਣਾ, ਮੈਨੂੰ ਸਟ੍ਰੋਕ ਹੋ ਜਾਣਾ, ਮੈਨੂੰ ਇਹ ਹੋ ਜਾਣਾ, ਮੈਨੂੰ ਉਹ ਹੋ ਜਾਣਾ, ਇਹ ਗੱਲਾਂ ਦਾ ਜਿਹੜਾ ਨਾ ਇਹ ਅਸੀਂ ਉਹ ਜਦੋਂ ਇਹੋ ਜਿਹੀਆਂ ਗੱਲਾਂ ਕਰਨੇ ਆ ਫਿਰ ਅਸਲੀ ਜਿਹੜਾ ਇਸ਼ੂ ਹੈ, ਜਦੋਂ ਅਸਲੀ ਪ੍ਰੋਬਲਮ ਆਉਂਦੀ ਹੈ ਉਹ ਫਿਰ ਭੁੱਲ ਜਾਂਦੇ ਆ। ਸੋ ਇਹ ਗੱਲ ਹੈ ਵੀ ਇਹ ਤੇ ਲੋ ਬਲੱਡ ਪ੍ਰੈਸ਼ਰ ਜਿਹੜਾ ਨਾ ਉਹ ਤੇ ਹੁੰਦਾ ਵੀ ਜੇ ਇੰਨਾ ਲੋ ਦਾ ਮਤਲਬ ਹੈ ਤੁਹਾਡਾ 70 ਸਿਸਟੋਲਿਕ 80 ਤੇ ਥੱਲੇ ਵਾਲਾ 40 ਹੋ ਜਾਏ, ਤੁਸੀਂ ਤੁਰ ਫਿਰ ਨਾ ਸਕੋ, ਤੁਹਾਡਾ ਬਲੱਡ ਪ੍ਰੈਸ਼ਰ ਨਾਲ ਹਾਰਟ ਰੇਟ ਵੱਧ ਜਾਂਦਾ ਜਾਂ ਘਟ ਜਾਂਦਾ, ਉਹ ਗੱਲ ਉਹ ਬੜੀ ਟੈਕਨੀਕਲੀ ਜਿਹੜੀ ਗੱਲ ਹੈ ਉਹਦੀ ਡਿਸਕ੍ਰਿਪਸ਼ਨ ਬਹੁਤ ਇੰਪੋਰਟੈਂਟ ਹੈ। ਹਰ ਕੰਮ ਲਈ ਲੋ ਬਲੱਡ ਪ੍ਰੈਸ਼ਰ ਕਹਿ ਦੇਣਾ ਤੇ ਹਰ ਕੰਮ ਲਈ ਹਾਈ ਬਲੱਡ ਪ੍ਰੈਸ਼ਰ ਕਹਿ ਦੇਣਾ ਤੇ ਇਹਦਾ ਕੋਈ ਮਤਲਬ ਨਹੀਂ ਬਣਦਾ, ਇਹ ਠੀਕ ਨਹੀਂ ਗੱਲ। ਇਹਦੇ ਨਾਲ ਹੁੰਦਾ ਵੀ ਤੁਸੀਂ ਨਾ ਆਪਣੇ ਆਪ ਨੂੰ ਕਨਫਿਊਜ਼ ਕਰਦੇ ਪਏ ਹੋ ਤੇ ਘਰਦਿਆਂ ਨੂੰ ਵੀ ਜ਼ਿਆਦਾ ਚੱਕਰ 'ਚ ਪਾ ਦਿੰਦੇ ਆ। ਕਿਉਂਕਿ ਫॉर ਐਗਜ਼ਾਮਪਲ ਸਾਰਿਆਂ ਨੇ ਕੰਮ ਕਰਨਾ, ਜੇ ਤੁਸੀਂ ਪਰੇਸ਼ਾਨ ਹੋ ਗਿਆ ਤਾਂ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ, ਬੰਦੇ ਨੇ ਸਾਰਾ ਕੰਮ ਛੱਡ ਕੇ ਘਰ ਪਹੁੰਚ ਜਾਣਾ, ਅੱਗੇ ਜਾ ਕੇ ਗੱਲ ਪੁੱਛਣੀ ਗੱਲ ਤੇ ਕੁਝ ਹੋ ਰਹੀ ਹੈ, ਤੇ ਉਸ ਗੱਲ ਨੂੰ ਹੈਂਡਲ ਕਰਨਾ ਸਿੱਖਣਾ ਚਾਹੀਦਾ ਸਾਨੂੰ। ਸਾਡਾ ਸਕਿੱਲ ਸੈੱਟ ਨਹੀਂ ਹੈਗਾ ਕਿ ਅਸੀਂ ਉਸ ਚੀਜ਼ ਨੂੰ ਜਿਹੜੀਆਂ ਕੋਵਿਡ-19 ਦੇ ਵਿੱਚ, ਜਿਸ ਤਰ੍ਹਾਂ ਤੁਹਾਡਾ ਸਵਾਲ ਸੀ ਵੀ ਕੋਵਿਡ-19 'ਚ ਬਲੱਡ ਪ੍ਰੈਸ਼ਰ ਕਿਉਂ ਵਧਿਆ, ਬਲੱਡ ਪ੍ਰੈਸ਼ਰ ਇਸ ਕਰਕੇ ਨਹੀਂ ਵਧਿਆ ਕਿ ਕੋਈ ਸਟੈਟਿਸਟਿਕਸ ਅੱਗੇ ਉਹਨਾਂ ਕੋਲ ਵੱਧ ਗਏ ਨੇ, ਵਧਿਆ ਕਿਉਂਕਿ ਆਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਜਿਹਨੂੰ ਆਪਾਂ ਨੂੰ ਹੈਂਡਲ ਕਰਨਾ ਨਹੀਂ ਆਉਂਦਾ ਜਾਂ ਅਸੀਂ ਉਸ ਕੰਮ 'ਚ ਨਹੀਂ ਟ੍ਰੇਨ ਹੈਗੇ। ਜਦੋਂ ਵੀ ਸੁਸਾਇਟੀ ਦੇ ਵਿੱਚ ਸਾਰਾ ਸਿਸਟਮ ਚੰਗਾ ਚੱਲਦਾ ਵੇ ਉਦੋਂ ਸਾਨੂੰ ਨਾ ਬਲੱਡ ਪ੍ਰੈਸ਼ਰ ਯਾਦ ਹੈ, ਨਾ ਹਾਈ, ਨਾ ਲੋ, ਨਾ ਸਟ੍ਰੈਸ, ਨਾ ਕੋਈ ਗੱਲਬਾਤ। ਅਸੀਂ ਸ਼ਾਂਤੀ ਵਿੱਚ ਰਹਿਣ ਦਾ ਜਿਹੜਾ ਸਾਡਾ ਢੰਗ ਹੈ ਨਾ ਉਹ ਸਿਰਫ ਹੁੰਦਾ ਜਦੋਂ ਸਾਰਾ ਕੁਝ ਠੀਕ ਚੱਲਦਾ ਪਿਆ। ਜਦੋਂ ਰੀਅਲ ਜਿਹੜਾ ਇਸ਼ੂਜ਼ ਜਦੋਂ ਆਉਂਦੇ ਨੇ ਤੁਹਾਨੂੰ ਹਿੱਟ ਕਰਦੇ ਨੇ, ਫਿਰ ਜਿਹੜੇ ਨਾ ਲੋਕੀ ਕਰੰਬਲ ਕਰ ਜਾਂਦੇ ਨੇ, ਕਿਉਂਕਿ ਉਹ ਤਿਆਰ ਹੀ ਨਹੀਂ ਕੀਤਾ ਉਹਨਾਂ ਆਪਣੇ ਆਪ ਨੂੰ। ਇੱਕ ਤਾਂ ਸਿਸਟਮ ਵਿੱਚ ਨਵੇਂ 'ਚ ਆਏ ਨੇ ਹਰ ਚੀਜ਼ ਨੂੰ, ਤੇ ਇਹ ਤੇ ਪਤਾ ਨਹੀਂ ਵੀ ਜਿਹੜਾ ਜਿਹਨੇ ਇੱਥੇ ਪੈਰ ਰੱਖ ਲਿਆ ਉਹਨੂੰ ਕੰਮ ਵੀ ਕਰਨਾ ਪੈਣਾ, ਉਹਨੂੰ ਬਿੱਲ ਵੀ ਦੇਣੇ ਪੈਣੇ ਨੇ, ਉਹਨੂੰ ਕੰਮ 'ਤੇ ਵੀ ਜਾਣਾ ਪੈਣਾ, ਉਹਨੂੰ ਉਹਦੀ ਬਿੱਲ ਨਹੀਂ ਸਟਾਪ ਹੋਣੇ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਗਿਆ। ਸੋ ਇਹ ਬੜਾ ਸਟ੍ਰੈਸ ਹੈ, ਇਹ ਚਾਹੀਦਾ ਵੀ ਇਹ ਤੇ ਸੁਸਾਇਟੀ ਦੇ ਤੌਰ 'ਤੇ ਲੋਕਾਂ ਨੂੰ ਵਿਚਾਰ ਕਰਨਾ ਪੈਣਾ। ਪਰ ਇਹਨੂੰ ਜਿਹੜਾ ਬਲੱਡ ਪ੍ਰੈਸ਼ਰ ਦੀ ਟਰਮੀਨੋਲੋਜੀ ਬਹੁਤ ਚੰਗਾ ਅੱਜ ਟੌਪਿਕ ਇਹ ਤਰੀਕੇ ਦੇ ਨਾਲ ਪੁੱਛਿਆ, ਕਿਉਂਕਿ ਇਹਨੂੰ ਹਰ ਕੰਮ ਵਾਸਤੇ ਥੋੜ੍ਹਾ ਬਲੱਡ ਪ੍ਰੈਸ਼ਰ ਕਹਿ ਸਕਦੇ ਹਾਂ। ਐਕਚੁਅਲੀ ਜਦੋਂ ਤੁਹਾਨੂੰ ਬਲੱਡ ਪ੍ਰੈਸ਼ਰ ਤੁਹਾਡੇ ਫੈਮਿਲੀ ਡਾਕਟਰ ਨੇ ਦੱਸਿਆ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਉਦੋਂ ਫਿਰ ਸਾਰਾ ਉਹ ਗੱਲ ਵੱਖਰੀ ਹੈ। ਬਾਕੀ ਐਵੇਂ ਗੱਲਾਂ ਬਾਤਾਂ ਦਾ ਕੋਈ ਮਤਲਬ ਨਹੀਂ। ਪਰ ਜਿਹੜਾ ਤੁਸੀਂ ਇੰਸਟਰੂਮੈਂਟ ਖਰੀਦਣਾ ਪੁੱਛਿਆ ਸੀ ਵੀ ਕਿਸ ਤਰ੍ਹਾਂ ਚੈੱਕ ਕਰਨਾ, ਜੇ ਕਰਨਾ ਵੀ ਹੈ ਉਹ ਜਿਹੜੇ ਸਾਰੇ ਡਰੱਗ ਸਟੋਰ ਦੇ ਵਿੱਚੋਂ ਜਿਹੜਾ ਹੈਲਥ ਐਂਡ ਜਿਹੜੀ ਆਪਣੀ ਫਾਊਂਡੇਸ਼ਨ ਦਾ ਕੋਈ ਮਾਰਕ ਲੱਗਾ ਹੋਏ ਉਹ ਤੁਸੀਂ ਖਰੀਦ ਲਓ। ਪਰ ਏਜ ਦੇ ਮੁਤਾਬਕ ਕਫ ਦਾ ਸਾਈਜ਼ ਹੁੰਦਾ ਵੱਖਰਾ, ਇਹ ਤੇ ਕਫ ਹੈ ਨਹੀਂ ਵੀ ਹਰ ਵਾਸਤੇ ਸੇਮ ਸਾਈਜ਼ ਤੇ ਹੋਣਾ ਨਹੀਂ। ਕਫ ਤੁਸੀਂ ਕਿੱਥੇ ਲਾਣਾ, ਕਿਸ ਤਰ੍ਹਾਂ ਬਹਿਣਾ, ਕਿਸ ਤਰੀਕੇ ਨਾਲ ਰਿਲੈਕਸ ਕਰਨਾ, ਕਿਸ ਤਰ੍ਹਾਂ ਮੇਜਰ ਕਰਨਾ, ਉਹ ਬੜਾ ਇੰਪੋਰਟੈਂਟ ਹੈ। ਕਈ ਦੇ ਹੱਥ ਹੀ ਘੁੱਟੀ ਜਾਣਗੇ, ਉਹਦੇ ਨਾਲ ਬਲੱਡ ਪ੍ਰੈਸ਼ਰ ਨਹੀਂ। ਤੁਸੀਂ ਸਿੱਧੇ ਤਰੀਕੇ ਨਾਲ ਰਿਲੈਕਸ ਕਰਨਾ, ਇਹਨੂੰ ਵੀ ਫਲੈਕਸ ਨਹੀਂ ਕਰ, ਇਹਨੂੰ ਮੱਕੇ ਇਸ ਤਰ੍ਹਾਂ ਪੂਰੀ ਬਾਂਹ ਨੂੰ ਖੋਲ੍ਹਣਾ, ਇੰਜ ਫਲੈਕਸ ਕਰੋ, ਇਸ ਤਰ੍ਹਾਂ ਕਰੋਗੇ ਇਹਨੂੰ ਬਲੱਡ ਪ੍ਰੈਸ਼ਰ ਤੁਹਾਡੀ ਰੀਡਿੰਗ ਠੀਕ ਨਹੀਂ ਹੋਣੀ। ਤੇ ਨਾਲੇ ਜੇ ਦੂਸਰਾ ਹੈਗਾ ਕਿ ਅੱਜ ਕੱਲ੍ਹ ਜਦੋਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਐਕਚੁਅਲੀ ਪ੍ਰੋਬਲਮ ਹੋ ਗਈ, ਫਿਰ ਤੁਹਾਨੂੰ ਅੱਜ ਕੱਲ੍ਹ ਉਹ ਵੀ ਹੈਗੇ ਨੇ ਮੋਨੀਟਰ ਕਰਨ ਦਾ ਸਿਸਟਮ ਵੀ ਹੈਗਾ। 24 ਆਵਰ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਦਾ ਮਿਲ ਜਾਂਦਾ ਸਮਾਨ, ਤੁਸੀਂ ਮੋਨੀਟਰ ਕਰ ਸਕਦੇ ਹੋ। ਉਹ ਤੁਹਾਡੇ ਇੱਕ ਲੈਬ ਵਾਲੇ ਦੇਣਗੇ, ਤੁਹਾਡਾ ਹਾਰਟ ਰੇਟ ਵੀ ਮੋਨੀਟਰ ਹੋ ਸਕਦਾ। ਉਹ ਗੱਲਾਂ ਐਕਸਟ੍ਰੀਮ ਦੀਆਂ ਨੇ, ਹਰ ਇੱਕ ਬੰਦੇ ਵਾਸਤੇ, ਹਰ ਇਨਸਾਨ ਵਾਸਤੇ ਇਹ ਗੱਲਾਂ ਨਹੀਂ ਹੈਗੀਆਂ, ਕਿਉਂਕਿ ਇਹਦੇ ਨਾਲ ਇੱਕ ਤਾਂ ਅਸੀਂ ਆਪਣੇ ਆਪ ਨੂੰ ਭੁਲੇਖਾ ਪਾ ਰਹੇ ਹਾਂ, ਦੂਜਾ ਜਿਹੜੀ ਅਟੈਂਸ਼ਨ ਜਿਹੜੀਆਂ ਨੇ ਉਹਨੂੰ ਡਿਵਰਟ ਕਰਨੇ ਆ। ਐਕਚੁਅਲੀ ਜਿਹੜਾ ਇਸ਼ੂ ਹੈ ਹੈਲਥ ਦਾ ਇਸ਼ੂ ਤੇ ਸੋਸ਼ਲ ਇਸ਼ੂ ਤੇ ਪਰਸਨਲ ਇਸ਼ੂ ਸਾਰੇ ਇਕੱਠੇ ਕਰਕੇ ਤੇ ਫਿਰ ਜਿਹੜੀ ਅਸਲੀ ਗੱਲ ਦਾ ਨਹੀਂ ਪਤਾ ਲੱਗਦਾ। ਪਰ ਜਦੋਂ ਅਸਲੀ ਟਾਈਮ ਆਉਂਦਾ ਤੇ ਫਿਰ ਪ੍ਰੋਬਲਮ ਬਹੁਤ ਵੱਡੀ ਪੈ ਜਾਂਦੀ। ਬਿਲਕੁਲ ਜੀ, ਬਲੱਡ ਪ੍ਰੈਸ਼ਰ ਸਾਨੂੰ ਟਰੈਕ ਕਰਨਾ ਚਾਹੀਦਾ ਕਿ ਕਿਉਂ ਹੋ ਰਿਹਾ, ਕੀ ਹੈ, ਕੀ ਹਿਸਟਰੀ ਹੈ। ਸੋ ਸੱਚਮੁੱਚ ਬੜੀ ਪ੍ਰੋਬਲਮ ਆ ਰਹੀ ਹੈ ਜੀ ਲੋਕਾਂ ਨੂੰ, ਕਿਉਂਕਿ ਅੱਜ ਕੱਲ੍ਹ ਕੋਵਿਡ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਆਉਣ ਲੱਗ ਗਈਆਂ ਨੇ। ਹੁਣ ਉਸ ਤੋਂ ਬਾਅਦ ਹੁਣ ਅਸੀਂ ਆਪਣੀ ਜਿਹੜੀ ਆ ਉਹ ਹੈਲਥ ਦੇ ਉੱਤੇ ਧਿਆਨ ਰੱਖਦੇ ਹਾਂ। ਫਿਰ ਅਸੀਂ ਧਿਆਨ ਰੱਖਦੇ ਹਾਂ ਕਿ ਸਾਡਾ ਸਿਸਟਮ ਵਧੀਆ ਰਵੇ। ਫਿਰ ਅਸੀਂ ਦੇਖਦੇ ਹਾਂ ਕਿ ਅਸੀਂ ਹੁਣ
ਭਾਰ ਨਾ ਵਧਾਈਏ, ਕਿਉਂਕਿ ਹੁਣ ਹੈਲਥ ਦੇ ਵੱਲ ਧਿਆਨ ਦੇਣਾ ਸਿਖਾਤਾ ਸਾਨੂੰ ਕੋਵਿਡ ਨੇ। ਹੁਣ ਇਹਦੇ ਵਿੱਚ ਇੰਟਰਮੀਟੈਂਟ ਫਾਸਟਿੰਗ ਲੋਕ ਬਹੁਤ ਕਰਨ ਲੱਗ ਗਿਆ। ਮੈਂ ਕਿਤੇ ਪੜ੍ਹ ਰਹੀ ਸੀ, ਕਹਿੰਦੇ ਇੰਟਰਮੀਟੈਂਟ ਫਾਸਟਿੰਗ ਕਰੋ ਤੁਹਾਡੀ ਹਾਰਟ ਡਿਸੀਜ਼ਸ ਘੱਟ ਹੁੰਦੀਆਂ ਨੇ, ਫਿਰ ਤੁਹਾਨੂੰ ਜਿਹੜਾ ਆ ਉਹ ਬਲੱਡ ਪ੍ਰੈਸ਼ਰ ਤੁਹਾਡਾ ਟਰੈਕ ਦੇ ਉੱਤੇ ਰਹਿੰਦਾ, ਹਾਰਟ ਨਾਲ ਰਿਲੇਟਡ ਜਿਹੜੇ ਵੀ ਮੈਜਰਮੈਂਟ ਨੇ ਉਹ ਸਹੀ ਰਹਿੰਦੇ ਨੇ। ਹੁਣ ਉਹ ਲੋਕ ਜਿਨ੍ਹਾਂ ਦੀ ਤਬੀਅਤ ਉੱਦਾਂ ਵੀ ਠੀਕ ਨਹੀਂ ਰਹਿੰਦੀ ਉਹ ਵੀ ਕਰ ਰਹੇ ਨੇ, ਹੁਣ ਉਹਨਾਂ ਦੇ ਲਈ ਖਤਰਨਾਕ ਹੋ ਸਕਦਾ। ਹਰ ਕਿਸੇ ਦੇ ਲਈ ਇੰਟਰਮੀਟੈਂਟ ਫਾਸਟਿੰਗ ਨਹੀਂ ਬਣੀ ਹੈਗੀ। ਸੋ ਇੰਟਰਮੀਟੈਂਟ ਫਾਸਟਿੰਗ ਕਿੰਨੀ ਹਾਨੀਕਾਰਕ ਜਾਂ ਲਾਭਦਾਇਕ ਹੋ ਸਕਦੀ? ਦੇਖੋ ਇਹ ਜਿਹੜਾ ਨਾ ਇਹ ਜਿਹੜੀ ਗੱਲਬਾਤ ਚੱਲੀ ਇੰਟਰਮੀਟੈਂਟ ਫਾਸਟਿੰਗ ਦੀ, ਜਾਂ ਵਿੱਚ ਵਕਫਾ ਪਾ ਕੇ ਫੂਡ ਖਾਣਾ ਜਾਂ ਉਹਨੂੰ ਵਧਾਉਣਾ ਟਾਈਮ ਜਾਂ ਬਾਡੀ ਨੂੰ ਰੈਸਟ ਦੇਣੀ, ਇਹ ਪਿਛਲੇ ਕਈ ਮੈਂ 8-10 ਸਾਲ ਤੋਂ ਇਹਦੇ ਬਾਰੇ ਰਿਸਰਚ ਹੋ ਰਹੀ ਹੈ। 2-3 ਸਾਲ ਪਹਿਲਾਂ ਬੜੀਆਂ ਸਟੱਡੀਜ਼ ਆਈਆਂ ਸੀ ਕਿ ਡਿਫਰੈਂਟ ਜਿਹੜੇ ਨੇ ਨਾ ਜਰਨਲਸ ਦੇ ਵਿੱਚ ਆਇਆ ਸੀ ਵੀ ਐਕਚੁਅਲੀ ਜਿਹੜੀ ਬਾਡੀ ਹੈ ਇਹਦੇ ਵਿੱਚ ਇਹਨੂੰ ਰੈਸਟ ਕਰਨਾ ਬੜਾ ਜ਼ਰੂਰੀ ਹੈ। ਇਹ ਬਾਡੀ ਤੇ ਹੈ ਨਹੀਂ ਵੀ ਤੁਸੀਂ ਹਰ ਹਫ਼ਤੇ ਤੇ ਨਹੀਂ ਬਦਲਦੇ ਪਏ, ਸੇਮ ਬਾਡੀ ਹੈ। ਇਹਦੇ ਵਿੱਚੋਂ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਓਵਰ ਏ ਪੀਰੀਅਡ ਆਫ ਟਾਈਮ, ਜਿਹੜਾ ਤੁਹਾਡਾ ਸਿਸਟਮ ਦੇ ਵਿੱਚ ਇਹਨੂੰ ਰੈਗੂਲੇਟ ਕਿਸ ਤਰ੍ਹਾਂ ਕਰਨਾ, ਇਹਦੇ ਵਾਸਤੇ ਮੈਂ 1-2 ਪ੍ਰੋਗਰਾਮ ਹੋਰ ਕਰਾਂਗਾ, ਕਿਉਂਕਿ ਡੀਟੇਲ 'ਚ ਗੱਲ ਕਰਨੀ ਪੈਣੀ ਹੈ। ਅੱਜ ਇੰਨੀ ਗੱਲ ਮੈਂ ਜ਼ਰੂਰ ਦੱਸਾਂਗਾ ਕਿ ਹਰ ਵਾਸਤੇ ਇਹ ਠੀਕ ਨਹੀਂ ਹੈਗੀ ਤੇ ਕਈ ਕੰਡੀਸ਼ਨਾਂ ਉਹਨਾਂ ਵਿੱਚ ਕਰਨੀ ਵੀ ਨਹੀਂ ਚਾਹੀਦੀ। ਪਰ ਜਿਹੜੇ ਲੋਕ ਜਿਹਨੇ ਮੈਡੀਸਨ ਕੋਈ ਨਹੀਂ ਲੈ ਰਹੇ, ਫॉर एग्जांपल ਵੀ ਜਿਨ੍ਹਾਂ ਨੂੰ ਟਾਈਪ 1 ਡਾਇਬਟੀਜ਼ ਹੈ, ਉਹਨਾਂ ਵਾਸਤੇ ਤਾਂ ਬਿਲਕੁਲ ਗਲਤ ਹੈ, ਨਾ ਕਰਨ। ਜਿਹੜੇ ਟਾਈਪ 2 ਡਾਇਬੈਟਿਕਸ ਨੇ ਜਾਂ ਜਿਨ੍ਹਾਂ ਦਾ ਭਾਰ ਵਧਿਆ ਜਾਂ ਏਜ ਹੈਗੀ ਨਾਲ ਸਲਗਿਸ਼ ਨੇ, ਜਿਨ੍ਹਾਂ ਦੀ ਉੱਦਾਂ ਇੰਪੇਅਰਮੈਂਟ ਹੋ ਰਹੀ, ਉਹਨਾਂ ਦਾ ਕੋਲੈਸਟਰੋਲ 'ਤੇ ਫਰਕ ਪਿਆ। ਸੋ ਇਹਨਾਂ ਗੱਲਾਂ ਸਾਰਿਆਂ ਵਾਸਤੇ ਜਿਹੜਾ ਨਾ ਜਦੋਂ ਆਪਾਂ ਸਰੀਰ ਨੂੰ ਰੈਸਟ ਦਿੰਦੇ ਹਾਂ, ਬਾਡੀ ਦੇ ਸਾਰੇ ਹਿੱਸੇ ਨੂੰ, ਇੰਟੈਸਟਾਈਨ ਜਿਹੜਾ ਸਾਡਾ ਬਹੁਤ ਬੜਾ ਵੱਡਾ ਪਾਰਟ ਹੈ ਬਾਡੀ ਦਾ, ਉਹਨੂੰ ਰੈਸਟ ਦਿੰਦੇ ਹਾਂ। ਉਹਦੇ ਨਾਲ ਸਾਡੀ ਫੂਡ ਦਾ ਅਸੀਂ ਕੱਲਾ ਵਿੱਚ ਨਹੀਂ ਵੀ ਫਾਸਟ ਕਿੰਨਾ ਟਾਈਮ ਕਰਨਾ, ਫੂਡ ਕਿਹੋ ਜਿਹਾ ਖਾ ਰਹੇ ਹੋ ਉਹ ਬੜਾ ਇੰਪੋਰਟੈਂਟ। ਉਹ ਮੈਂ ਇਹਦੇ ਬਾਰੇ ਜਿਸ ਤਰ੍ਹਾਂ ਦੱਸਿਆ ਕਾਫੀ ਪ੍ਰੋਗਰਾਮ ਮੈਨੂੰ ਕਰਨੇ ਪੈਣੇ ਨੇ। ਨਾ ਹੋਵੇ 16 ਘੰਟੇ ਬਾਅਦ ਫਾਸਟਿੰਗ ਤੋੜੋ ਤੇ 버ਗਰ ਖਾ ਲਓ। ਯਾ ਸੋ ਇਸ ਤੋਂ ਇਲਾਵਾ ਇਹ ਜਿਹੜਾ ਨਾ ਇੱਕ ਹੋਰ ਵੀ ਇੱਕ ਕਿਸਮ ਦਾ ਨਾ ਅੱਜ ਕੱਲ੍ਹ ਕੀ ਹੁੰਦਾ ਕਿ ਕਿਸੇ ਵੀ ਚਲੇ ਜਾਓ ਪਾਰਟੀ ਦੇ ਵਿੱਚ, ਕਿਸੇ ਵੀ ਗੈਦਰਿੰਗ ਵਿੱਚ ਚਲੇ ਜਾਓ, ਮੈਂ ਆਪਣੀ ਏਜ ਦੀ ਗੱਲ ਕਰਨਾ ਸੀ, ਮੈਂ ਵੀ 50 ਤੋਂ ਲੈ ਕੇ 70 ਸਾਲ ਤੱਕ ਜਿਹੜੇ ਲੋਕ ਇੱਥੇ ਆਏ ਨੇ, ਸੋ ਉਹਨਾਂ ਦੀ ਕਨਵਰਸੇਸ਼ਨ ਦੇ 2-3 ਹਿੱਸੇ ਹੁੰਦੇ ਨੇ ਬੜੇ ਇੰਪੋਰਟੈਂਟ। ਇੱਕ ਤਾਂ ਹੁੰਦੀ ਵੀ ਜਿਹੜਾ ਇੱਕ ਹੁੰਦਾ ਸ਼ੋਅ ਆਫ, ਬੜਾ ਉਹਨਾਂ ਨੇ ਪਹਿਲਾਂ ਆਪਣੀ ਸਾਰੀ ਹਿਸਟਰੀ ਦੱਸ ਕੇ 5-7 ਮਿੰਟਾਂ 'ਚ ਤੁਹਾਨੂੰ 5-7 ਮਿੰਟਾਂ 'ਚ ਤੁਹਾਨੂੰ ਇੰਪ੍ਰੈਸ ਕਰ ਦੇਣਾ। ਪਰ ਐਕਚੁਅਲੀ ਜੇ ਤੁਸੀਂ ਉਹਨਾਂ ਨਾਲ ਹੋਰ ਡੀਪ ਗੱਲ ਕਰਨੀ ਚਾਹੋ ਤੇ ਉਹਨਾਂ ਦੀ ਜਿਹੜੀ ਉਹ ਆਪਣੇ ਵੱਲ ਨਹੀਂ ਵੇਖਦੇ ਪਏ ਵੀ ਉਹਨਾਂ ਦੀ ਸਾਰਾ ਕੁਝ ਤੇ ਉਹਨਾਂ ਮਟੀਰੀਅਲ ਚੀਜ਼ਾਂ ਨੂੰ ਤੇ ਇਕੱਠਾ ਕਰ ਲਿਆ, ਉਹ ਸਾਰਾ ਕੁਝ ਇੱਥੋਂ ਇਕੱਠਾ ਕੀਤਾ ਤੇ ਇੱਥੇ ਰਹਿ ਜਾਣਾ। ਪਰ ਜਿਹੜਾ ਐਕਚੁਅਲੀ ਉਹਨਾਂ ਨੂੰ ਜਿਹੜੀ ਆਪਣੀ ਸਿਹਤ ਦੀ ਪ੍ਰੋਬਲਮ ਹੈ, ਉਹਨਾਂ ਜਿਹੜਾ ਬਾਡੀ ਦਾ ਢਾਂਚਾ ਵੀ ਉਹਦੇ ਵਿੱਚ ਵੀ ਬੜਾ ਸਮਾਨ ਇਕੱਠਾ ਕਰ ਲਿਆ, ਉਹਨੂੰ ਕਦੀ ਧਿਆਨ ਨਹੀਂ ਦਿੱਤਾ। ਉਹ ਫੋਕਸ ਹੁੰਦਾ ਵੀ ਡਾਕਟਰ ਕੋਲ ਗਏ, ਮੈਡੀਸਨ ਲੈ ਲਈ, ਉਹ ਸਾਰਾ ਹੈਗਾ ਅਖੀਰਲਾ ਕੰਮ। ਪਰ ਜਿਹੜਾ ਪਹਿਲਾ ਕੰਮ ਇਹ ਹੈਗਾ ਬਾਡੀ ਨੂੰ ਰੈਸਟ ਕਿਸ ਤਰ੍ਹਾਂ ਕਰਨਾ, ਡਾਈਟ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਆਪਣੇ ਵਿੱਚੋਂ ਇਹਨੂੰ ਫਾਸਟ ਕਿਸ ਤਰ੍ਹਾਂ ਕਰਨਾ। ਤੇ ਦੁਨੀਆ ਦੇ ਵਿੱਚ ਕਾਫੀ ਜਗ੍ਹਾ ਦੇ ਵਿੱਚ ਇਹਦੀਆਂ ਸਟੱਡੀਜ਼ ਹੋਣ ਦੇ ਬਾਅਦ ਕਈਆਂ ਪਿੰਡ 1-2 ਜਗ੍ਹਾ 'ਤੇ ਉਹਨਾਂ ਨੇ ਵੇਖਿਆ ਕਿ ਜਿਹੜੇ ਲੋਕ 110 ਤੇ 15 ਸਾਲ ਤੱਕ ਰਹਿ ਰਹੇ ਸੀ, ਇੱਕ ਇਟਲੀ ਵਿੱਚ ਇੱਕ ਪਿੰਡ ਹੈ, ਉਹਦੇ ਵਿੱਚ ਉਹਨਾਂ ਨੇ ਪਿਛਲੇ ਸਾਲ ਇੱਕ ਸਟੱਡੀ ਅਜੇ ਵੀ ਕੰਪਲੀਟ ਨਹੀਂ ਹੋਈ ਕਿ ਉਹ ਜਿਹੜਾ ਨਾ ਉੱਥੇ ਐਵਰੇਜ ਏਜ ਉਹਨਾਂ ਨੇ 110 ਦੇ ਨੇੜੇ ਤੇੜੇ ਦੇਖੀ। ਉਹਦੇ ਵਿੱਚ ਉਹਨਾਂ ਨੇ 2 ਹਿੱਸਿਆਂ 'ਚ ਬੰਦੇ ਵੰਡ ਲਏ ਨੇ, ਇਨਸਾਨ ਵੰਡ ਲਏ ਨੇ ਵੀ ਇੱਕ ਨੂੰ ਡਾਈਟ ਦੇ ਰਹੇ ਨੇ ਜ਼ਿਆਦਾ ਫੈਟ ਵਾਲੀ, ਇੱਕ ਨੂੰ ਵਿੱਚ ਘੱਟ ਵਾਲੀ ਦੇ ਰਹੇ ਨੇ, ਇੱਕ ਨੂੰ ਉਹ ਬਿਲਕੁਲ ਵੈਜੀਟੇਰੀਅਨ ਡਾਈਟ ਹੈ। ਤੇ ਉਹ ਸਾਰੀਆਂ ਜਿਹੜੀਆਂ ਸਟੱਡੀਜ਼ ਬਹੁਤ ਹੋ ਰਹੀਆਂ, ਪਰ ਸਾਨੂੰ ਉਹਨਾਂ ਸਟੱਡੀਜ਼ ਦੀ ਵੇਖਣ ਦੀ ਬਜਾਏ ਆਪਣੇ ਸਭਿਅਤਾ ਆਪਣੇ ਕਲਚਰ ਵੱਲ ਵੇਖ ਲਈਏ ਵੀ ਪਹਿਲਾਂ ਤੇ ਲੋਕ ਨਹੀਂ ਸੀ ਇਸ ਤਰ੍ਹਾਂ ਹੁੰਦੇ, ਪਹਿਲਾਂ ਤਾਂ ਨਹੀਂ ਸੀ ਉਹਨਾਂ ਦਾ ਬਿਲਕੁਲ ਹੀ ਸਰ ਪੇਟ, ਉਹਨਾਂ ਦਾ ਪੇਟ ਵੀ ਫੁੱਲਿਆ ਹੁੰਦਾ ਸੀ, ਉਹਨਾਂ ਦਾ ਖੜੇ ਔਖਾ ਸਾਹ ਆਈ ਜਾ ਰਿਹਾ, ਉਹਨਾਂ ਦਾ ਇੰਟੈਸਟਾਈਨ ਦਾ ਜਿਹੜਾ ਮੈਕੈਨਿਜ਼ਮ ਹੀ ਸਾਰਾ ਖਰਾਬ ਹੋ ਰਿਹਾ, ਸਵੈਟ ਕਰਦੇ ਪਏ ਨੇ, ਉਸ ਤਰ੍ਹਾਂ ਵੀ ਗੱਲ ਕਰਦੇ ਆ ਉਹ ਥੱਕ ਜਾਂਦੇ ਨੇ, ਉਹਨਾਂ ਦੀ ਕੰਸਨਟ੍ਰੇਸ਼ਨ ਹੈ ਨਹੀਂ। ਪਰ ਜੇ ਗੱਲ ਕਰੋ ਤੇ ਜਿਹੜੀਆਂ ਉਹ ਉਹਨਾਂ ਦੀ ਸਿਹਤ ਬਾਰੇ ਤਾਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈਗਾ, ਉਹਨੇ ਇੱਕੋ ਚੀਜ਼ 'ਤੇ ਫੋਕਸ ਕਰਨਗੇ। ਮੈਂ ਡਾਕਟਰ ਕੋਲ ਗਿਆ ਸੀ, ਟੈਸਟ ਕਰਾਏ, ਮੈਡੀਸਨ ਦੇ ਦਿੱਤੀ, ਦੈਟਸ ਨਾਟ ਦੀ ਆਨਸਰ। ਉਹਦੇ ਵਿੱਚੋਂ ਕਿਉਂਕਿ ਆ ਜਿਹੜਾ ਫਾਸਟਿੰਗ ਵਰਤ ਰੱਖਣਾ ਤੇ ਕਿਸ ਤਰ੍ਹਾਂ ਰੱਖਣਾ, ਕਿਸ ਤਰੀਕੇ ਨਾਲ ਡਾਈਟ ਖਾਣੀ ਹੈ, ਕਿਹੜੀ ਡਾਈਟ ਇੰਪੋਰਟੈਂਟ ਹੈ, ਕਿਹੜੀ ਡਾਈਟ ਤੁਹਾਡੇ ਲਈ ਸੂਟੇਬਲ ਹੈ, ਇਹ ਪ੍ਰੋਗਰਾਮ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਕਿਉਂਕਿ ਇਹਦੇ ਵਾਸਤੇ ਅਜੇ ਬਹੁਤ ਜਿਹੜੀ ਸਿਸਟਮ ਵਿੱਚ ਇਨਫੋਰਮੇਸ਼ਨ ਅਵੇਲੇਬਲ ਤੇ ਬਹੁਤ ਹੈ, ਪਰ ਕੋਈ ਇਹਨੂੰ ਹੱਥ ਨਹੀਂ ਪਾ ਰਿਹਾ ਕਿਉਂਕਿ ਸਾਰੇ ਡਰਦੇ ਨੇ ਗੱਲ ਕਰਨ ਲੱਗਿਆਂ ਕਿ ਇਹ
ਇਹ ਕਿਹੜੀ ਮੈਡੀਸਨ ਹੋਈ। ਪਰ ਇੱਕ ਟਾਈਮ ਆਉਣਾ ਵੀ ਜਿਸ ਤਰ੍ਹਾਂ ਆਪਾਂ ਮੈਡੀਸਨ ਲੋਕਾਂ ਨੂੰ ਲਿਖ ਕੇ ਦਿੰਦੇ ਸੀ, ਇਹ ਪ੍ਰਸਕ੍ਰਿਪਸ਼ਨ ਬਣਾਉਣੀ ਪੈਣੀ ਹੈ ਵੀ ਤੁਹਾਡੀ ਸਿਹਤ ਵਾਸਤੇ ਆ ਇਹ ਕੰਮ ਤੁਹਾਨੂੰ ਕਰਨੇ ਪੈਣੇ ਨੇ। ਖਾਣਾ ਚਾਹੀਦਾ ਹੈ, ਖਾਣਾ ਨਹੀਂ ਚਾਹੀਦਾ। ਨਹੀਂ, ਖਾਣੇ ਤੋਂ ਇਲਾਵਾ ਵੀ ਟਾਈਮ ਜਿਹੜਾ ਫਿਕਸ ਕਰਨਾ ਪੈਣਾ। ਸੋ ਆਉਣ ਵਾਲੇ ਸਮੇਂ 'ਚ ਮੈਂ ਇਹਦੇ ਬਾਰੇ ਜ਼ਰੂਰ ਗੱਲ ਕਰਾਂਗਾ। ਅੱਜ ਤੇ ਮੇਰੇ ਕੋਲ ਟਾਈਮ ਘੱਟ ਹੈ, ਪਰ ਇੰਨਾ ਜ਼ਰੂਰ ਕਹਾਂਗਾ ਕਿ ਥੋੜ੍ਹਾ ਜਿਹਾ ਸੋਚਣਾ ਸ਼ੁਰੂ ਕਰੋ। ਜਿਹੜਾ ਤੁਹਾਡਾ ਸਰੀਰ ਹੈ ਇਹ ਵੀ ਤੁਹਾਡੀ ਇੱਕ ਬੜੀ ਵੱਡੀ ਪੋਜੈਸ਼ਨ ਹੈ, ਇਹ ਤੁਹਾਡੇ ਵਾਸਤੇ ਇੱਕ ਸੁਗਾਤ ਹੈ। ਇਸ ਸੁਗਾਤ ਨੂੰ ਵੀ ਬਚਾਉਣ ਵਾਸਤੇ ਤੁਹਾਨੂੰ ਕੰਮ ਕਰਨਾ ਪੈਣਾ। ਜਿਹੜਾ ਤੁਸੀਂ ਆਪਣਾ 5-7 ਮਿੰਟਾਂ ਦੇ ਵਿੱਚ ਜਿਹੜੀ ਤੁਹਾਡੀ ਹਿਸਟਰੀ ਦੱਸ ਕੇ ਇੰਨਾ ਸਮਾਨ ਆਪਣਾ ਇਕੱਠਾ ਕਰ ਲਿਆ, ਮਟੀਰੀਅਲ ਥਿੰਗਸ ਸਾਰੀਆਂ ਅਚੀਵਮੈਂਟ ਕਰ ਲਈਆਂ, ਉਹ ਉੱਥੇ ਰਹਿ ਜਾਣੀਆਂ। ਜੇ ਤੁਹਾਨੂੰ ਕੋਈ ਮੇਜਰ ਸਟ੍ਰੋਕ ਹੋ ਗਿਆ, ਹਾਰਟ ਅਟੈਕ ਹੋ ਗਿਆ, ਜਾਂ ਤੁਹਾਡੀ ਬਾਡੀ ਵਿੱਚ ਆਲਰੇਡੀ ਕੈਂਸਰ ਡਿਵੈਲਪ ਹੋ ਰਿਹਾ, ਉਹਨਾਂ ਚੀਜ਼ਾਂ 'ਤੇ ਫੋਕਸ ਕਰੋ, ਅਦਰਵਾਈਜ਼ ਪ੍ਰੋਬਲਮ ਆਉਣੀ ਹੋਣੀ। ਬਿਲਕੁਲ ਜੀ, ਇਹ ਬਹੁਤ ਵੱਡਾ ਮੈਸੇਜ ਹੈ ਤੁਹਾਡੇ ਦੁਆਰਾ। ਅਗਲੇ ਹਫਤੇ ਫਿਰ ਗੱਲਬਾਤ ਹੋਵੇਗੀ। ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਡਾਕਟਰ ਚੀਮਾ ਦੇ ਨਾਲ ਅੱਜ ਗੱਲਬਾਤ ਹੋਈ ਹੈ ਤੇ ਮੈਸੇਜ ਅੱਜ ਦਾ ਇਹ ਸੀ ਕਿ ਮਟੀਰੀਅਲਿਸਟਿਕ ਚੀਜ਼ਾਂ ਪਾਸੇ ਰੱਖ ਕੇ ਪਹਿਲਾਂ ਅਸੀਂ ਧਿਆਨ ਕਰੀਏ ਆਪਣੀ ਸਿਹਤ ਦੇ ਵੱਲ, ਕਿ ਸਾਡੀ ਸਿਹਤ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ, ਅਸੀਂ ਆਪਣੀ ਸਿਹਤ ਦੇ ਵੱਲ ਧਿਆਨ ਦੇ ਰਹੇ ਹੈਗੇ ਆ ਜਾਂ ਨਹੀਂ ਦੇ ਰਹੇ, ਅਸੀਂ ਆਪਣੀ ਸਿਹਤ ਨੂੰ ਕਿੰਨਾ ਵਧੀਆ ਵੈਲ ਮੇਨਟੇਨ ਕਰਕੇ ਰੱਖਿਆ ਹੋਇਆ। ਤੇ ਫਿਰ ਉਸ ਤੋਂ ਬਾਅਦ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ, ਸ਼ਾਇਦ ਤੁਹਾਡੀ ਜੀਨਸ ਦੇ ਵਿੱਚ ਹੋ ਸਕਦਾ ਹੈ, ਕੋਈ ਹੋਰ ਫੈਮਿਲੀ ਪ੍ਰੋਬਲਮਸ ਹੋ ਸਕਦੀਆਂ ਨੇ, ਕੋਈ ਹੋਰ ਪ੍ਰੋਬਲਮਸ ਬੋਡੀ ਨੂੰ ਆ ਸਕਦੀਆਂ, ਫਿਰ ਡਾਕਟਰਸ ਦੇ ਕੋਲ ਜਾਇਆ ਜਾਵੇ। ਪਹਿਲਾਂ ਘਰ ਤੋਂ ਸ਼ੁਰੂਆਤ ਕੀਤੀ ਜਾਵੇ। ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਦੇ ਨਾਲ ਕੀਤਾ ਜਾ ਸਕਦਾ ਹੈ। ਇੰਟਰਮਿਟੈਂਟ ਫਾਸਟਿੰਗ ਦੇ ਦੁਆਲੇ ਬਹੁਤ ਸਾਰੀ ਇਨਫੋਰਮੇਸ਼ਨ ਪਈ ਹੈ। ਉਹ ਇਨਫੋਰਮੇਸ਼ਨ ਡਾਕਟਰ ਸਾਹਿਬ ਨੂੰ ਕੋਸ਼ਿਸ਼ ਕਰਾਂਗੇ ਫਿਰ ਬੁਲਾਉਣ ਦੀ, ਇਹਨਾਂ ਦੇ ਕੋਲੋਂ ਹੋਰ ਜਾਣਕਾਰੀ ਲੈਣ ਦੀ। ਪਰ ਅੱਜ ਦੇ ਲਈ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। देश की आज़ादी की 75वीं वर्षगांठ के अवसर पर समूह कांग्रेस परिवार और असंध से विधायक शमशेर गोगी की तरफ से प्रदेशवासियों को हार्दिक शुभकामनाएं। आज़ादी के इस पावन अवसर पर हर देशवासी गर्व महसूस करे।